ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵੇਰ ਦੀ ਤੇ ਰਾਈਡ ਦੀ ਤਿਆਰੀ ਕਰਦੇ ਹੋਏ ਹੈ। ਸਾਫ ਸੁਥਰੇ ਸ਼ਹਿਰ ਜਾਣਾ ਭਾਜੀ ਕਹਿੰਦੇ ਵੀ ਆਪਾਂ ਵੀ ਐਨ ਸਫਾਈਆਂ ਕਰਕੇ ਜਾਣਾ ਹੈ। ਸਹੀ ਗੱਲ। ਵਾਈਟ ਹਾਊਸ ਕਾਸਾਬਲੰਕਾ ਹੈ। ਆਪਾਂ ਪਹੁੰਚ ਗਏ ਹਾਂ ਜੀ ਡੈਲਵੇਅਰ ਸਟੇਟ। ਇੱਥੇ ਅਸੀਂ ਕਰਨੀ ਕੁਝ ਸ਼ਾਪਿੰਗ ਤੇ ਇੱਥੇ ਟੈਕਸ ਹੈ ਨਹੀਂ, ਰਸਤੇ ਦੇ ਵਿੱਚ ਆਪਣੇ ਪੈਂਦੀ ਹੈ ਤੇ ਮੜੇ ਇੱਕ ਦੋ ਕੱਪੜੇ ਲੈਣੇ ਆਪਾਂ ਤੇ ਬਾਕੀ ਇਲੈਕਟ੍ਰੋਨਿਕ ਸਮਾਨ ਕੋਈ ਦੇਖਦੇ ਆ। ਅੱਜ ਅਮਰੀਕਾ ਚ ਕਿਸੇ ਨੇ ਮੇਰੇ ਓਰੀਗਨ ਵੀ ਇਦਾਂ ਹੀ ਹੈ ਸ਼ਾਇਦ, I'm not exactly sure। ਜੇ ਕੋਈ ਅਮਰੀਕਾ ਚ ਆਇਆ ਕਈ ਵਾਰੀ ਆਈਫੋਨ ਵਗੈਰਾ ਲੈਣਾ ਹੁੰਦਾ ਤੇ ਇੱਥੇ ਟੈਕਸ ਨਹੀਂ ਪੈਣਾ ਜੇ ਡੈਲਵੇਅਰ ਦੇ ਵਿੱਚ ਹਨਾ। ਜੇ 999 ਹੈ ਤਾਂ 999। ਨਾਈਸ। ਆਈਫੋਨ 15 ਕਿਤੇ ਆ ਗਿਆ ਹੁੰਦਾ ਤਾਂ ਲੈ ਲੈਣਾ, ਕਿਉਂਕਿ ਮੇਰੀ ਇਹਦੇ ਵਾਲੀ ਦੀ ਬੈਟਰੀ ਖਤਮ ਹੋ ਗਈ ਆ। ਪਰ ਆਈਫੋਨ ਲਾਂਚ ਸਤੰਬਰ 'ਚ ਹੁੰਦਾ ਵਾ ਤੇ ਗਾਂ ਜਦੋਂ ਕਿਤੇ ਗੇੜਾ ਲੱਗਾ ਫਿਰ ਉਦੋਂ ਇੱਥੋਂ ਲਵਾਂਗੇ ਆਪਾਂ। ਇਹ ਜੀ ਕੈਨੇਡੀਅਨ ਬ੍ਰਾਂਡ, ਕੈਨੇਡੀਅਨ ਹੀ ਹੈ ਨਾ ਭਾਜੀ, ਵੈਨਕੂਵਰ ਬੇਸਡ ਹੀ ਹੈ ਮੇਰੇ ਖਿਆਲ ਨਾਲ ਨਾ। ਹਾਂ ਹਾਂਜੀ ਹਾਂ ਹਾਂ। ਤੇ ਯਾਰ ਇਹ ਆਈ ਥਿੰਕ ਜਿੰਨੇ ਵੀ ਇਸ ਵੇਲੇ ਬ੍ਰਾਂਡ ਹੈਗੇ ਆ ਨਾ, ਨਾਈਕ ਵਗੈਰਾ ਜਾਂ ਵਾਟ ਐਵਰ ਹੈ ਨਾ, ਜਿਹੜੀ ਇਹਨਾਂ ਦੀ ਕੁਆਲਿਟੀ ਕੱਪੜੇ ਦੀ ਆ, ਇਹ ਮਹਿੰਗਾ ਵੀ ਉਹਦੇ ਨਾਲੋਂ ਹੈਗਾ ਵਾ ਪਰ ਕੁਆਲਿਟੀ ਇਹਨਾਂ ਦੀ ਬਾਹਲੀ ਬੰਬ ਆ ਵੀ। ਆਹ ਵਾਲਾ ਪੁਲ ਬਣੀ 1952 ਚ ਬਣਿਆ ਸੀ। ਅੱਛਾ ਜੀ। ਇਹ ਉੱਦਾਂ ਦਾ ਲੰਘਣ ਡਿਆ ਭਾਜੀ। ਅਸੀਂ ਉੱਧਰ ਨੂੰ ਜਾਈਦਾ ਨਾ, ਸਤਲੁਜ ਦੇ ਉੱਪਰ ਬਣਿਆ ਨਾ, ਇੱਧਰ ਨੂੰ ਜਾਈਦਾ ਆਪਾਂ। ਨਹੀਂ ਜਿਹੜਾ ਬੰਦ ਹੋ ਜਾਂਦਾ ਹੁੰਦਾ ਸੀ ਨਾ ਪਹਿਲਾਂ, ਜਿਹੜੀ ਟ੍ਰੇਨ ਦਾ ਵੀ ਇੱਕੋ ਹੀ ਹੁੰਦਾ ਸੀ ਤੇ ਗੱਡੀਆਂ ਦਾ ਵੀ ਇੱਕੋ ਹੁੰਦਾ ਸੀ ਪੁਲ। ਅੱਛਾ ਟ੍ਰੇਨ ਵੀ ਉਸੇ ਪਹਿਲਾਂ ਇਦਾਂ ਹੁੰਦਾ ਸੀ ਨਾ, ਉਹ ਗੱਡੀਆਂ ਰੋਕ ਦਿੰਦੇ ਹੁੰਦੇ ਸੀ ਪੁਰਾਣੇ ਵੇਲਿਆਂ 'ਚ ਜਦੋਂ ਵੀ ਰੇਲ ਗੱਡੀ ਆਉਂਦੀ। ਨਹੀਂ ਹੁਣ ਉੱਦਾਂ ਸ਼ੁਰੂ ਹੋ ਗਿਆ ਵਾ ਨਵਾਂ ਪੁਲ ਵੀ। ਉਹ ਮੇਰੇ ਖਿਆਲ ਨਾਲ ਬਾਹਲੇ ਸਾਲ ਤੇ ਨਹੀਂ ਹੋਏ, ਸ਼ਾਇਦ 10-15 ਸਾਲ ਪਹਿਲਾਂ ਹੀ ਸਤਲੁਜ ਦੇ ਉੱਪਰ ਆ। ਹਾਂਜੀ ਹਾਂ। ਮੈਨੂੰ ਹੁਣ ਲਾਗੀ ਏਰੀਆ ਪਤਾ ਨਹੀਂ ਕਿਹੜਾ ਪੈਂਦਾ ਵਾ ਤੇ ਉਹਦੀ ਫੀਲਿੰਗ ਜੀ ਆ ਰਹੀ ਆ। ਆਹ ਲਾਈ ਆ ਛਾਨਣੀ ਜੀ। ਓਹੋ ਆਹੋ, ਇਹ ਮੈਂ ਉਹੀ ਲੱਗਾ ਹਾਂ ਦੱਸਣ ਵੀ ਇਹ ਸਾਂਝਾ ਸਮੁੰਦਰ ਹੈ ਜੀ ਸਾਡਾ। ਇਹੀ ਸਮੁੰਦਰ ਲੱਗਦਾ ਆਪਾਂ ਨੂੰ ਟੈਨਰੀਫ ਤੇ ਇਹੀ ਸਮੁੰਦਰ ਲੱਗਦਾ ਇੱਥੇ ਭਾਜੀ ਉਹਨਾਂ ਨੂੰ। ਇਹਦੀ ਆਏ ਹੁਣ ਕੋਲੰਬਸ ਕਿੱਥੇ ਆ ਕੇ ਉਤਰਿਆ ਸੀ ਭਾਜੀ? ਐਟਲਾਂਟਿਕ ਜੀ ਆਇਆ ਸੀ ਯਾਰ। ਆਇਆ ਤੇ ਸੀ। ਅੱਛਾ ਵਰਜੀਨੀਆ ਆ ਕੇ ਉਤਰਿਆ ਹੈ ਨਾ। ਓਕੇ। ਹਲੇ ਵੀ ਲੋਕੀ ਹੈਗੇ ਜਿਹੜੇ ਇੱਥੇ ਵੀ ਜਾਂਦੇ ਜਿਹੜੇ ਸੇਲ ਅਰਾਊਂਡ ਦਾ ਵਰਲਡ ਕਰਦੇ ਆ ਸਿੱਧਾ। ਹਾਂ ਕਰਦੇ ਤੇ ਆ ਪਿੱਛੇ ਜੇ ਇੱਕ ਮੂਵੀ ਬਣੀ ਸੀ ਪਤਾ ਨਹੀਂ ਆਸਟ੍ਰੇਲੀਆ ਦੇ ਵਿੱਚੋਂ, ਕੁੜੀ ਨਹੀਂ ਗਈ ਉਹਨੇ। ਹਾਂ ਨੈਟਫਲਿਕਸ ਦੀ ਹਾਂ ਹੈਗੀ ਆ ਉਹ। ਤੇ ਇਹ ਆਇਆ ਸੀ ਜੀ ਕੋਲੰਬਸ ਬਹਾਮਾਸ ਦੇ ਵਿੱਚ, ਇਹਨੇ ਲੈਂਡ ਕੀਤਾ ਸੀ, ਡੌਕ ਕੀਤਾ ਸੀ ਨਾ। ਡੌਕ ਹੀ ਕਹਿੰਦੇ ਨਾ ਸ਼ਿਪ ਨੂੰ ਤੇ ਡੌਕ। ਹਾਂ ਤੇ 1492 ਦੇ ਵਿੱਚ ਆਇਆ ਸੀ ਤੇ ਨਾਮ ਜਿੱਥੇ ਇਹਨੇ ਰੁਕਿਆ ਸੀ ਉਹਨੇ ਉਹਦਾ ਨਾਂ ਆਪ ਹੀ ਰੱਖਤਾ ਸੀ, ਸੈਨ ਸਲਵਾਡੋਰ। ਤੇ ਅਸੀਂ ਅੱਗੇ ਇੱਕ ਦਿਨ ਸੋਚਦੇ ਸੀ ਕਿ ਨੇਟਿਵ ਇੰਡੀਅਨ ਕਿਉਂ ਆਉਂਦੇ, ਵੀ ਇੰਡੀਅਨ ਵਰਡ ਕਿੱਧਰੋਂ ਆਇਆ। ਸੋ ਗੱਲ ਇਹ ਸੀ ਕਿ ਭਾਊ ਹੁਣੇ ਨਿਕਲੇ ਸਪੇਨ ਤੋਂ, ਇਹ ਇੰਡੀਆ ਲੱਭਣੀ ਸੀ ਕਿ ਇੰਡੀਆ ਲੱਭਣ ਚੱਲੀਏ। ਜਦੋਂ ਇੱਥੇ ਇਹਨਾਂ ਨੇ ਇਹ ਵੀ ਇੰਡੀਆ ਕਹਿਤਾ, ਵੈਸਟ ਇੰਡੀਜ਼ ਗਿਆ ਉਹ ਵੀ ਇੰਡੀਆ ਕਹਿਤਾ ਤੇ ਇਹ ਕੰਮ ਸੀ। ਵਾਹ ਜੀ ਵਾਹ। ਪੁਲ ਬਹੁਤ ਇੰਡੀਆ ਕਰਕੇ ਗਿਆ ਸੀ। ਆਹ ਜਿਹੜਾ ਪੁਲ ਆ ਵੀ ਇਹ 1952 ਚ ਬਣਿਆ ਸੀ ਭਾਜੀ ਤੇ ਉਸ ਆਹ ਪੁਲ 1952 ਚ ਬਣਿਆ ਸੀ ਤੇ ਉਸ ਟਾਈਮ ਦੁਨੀਆ ਦਾ ਸਭ ਤੋਂ ਲੰਬਾ ਪੁਲ ਸੀ। ਅੱਛਾ। ਇਹਦੀ 7 ਕਿਲੋਮੀਟਰ ਆ ਟੋਟਲ। 7 ਕਿਲੋਮੀਟਰ ਸਮੁੰਦਰ ਦੇ ਵਿੱਚ ਹੈ। ਵੇਖ ਲਓ ਹੈ ਕਿਹੜੇ ਵੇਲਿਆਂ ਦੇ ਵਿੱਚ ਕਿੰਨੀ ਇੰਜੀਨੀਅਰਿੰਗ ਠੋਕ ਗਿਆ ਹੈ। ਜਿਹੜੇ ਨੇਟਿਵ ਇੰਡੀਆ ਦੇ ਲਾ ਭਾਈ, ਉਹ ਜਿਹੜੇ ਉਹਨਾਂ ਦਾ ਏਰੀਆ ਨਾ, ਹਾਂ ਉਹਦੇ ਚ ਸਟੇਟ ਦੇ ਲਾਲ ਲਾਗੂ ਨਹੀਂ ਹੁੰਦੇ। ਹਾਂ ਕੈਨੇਡਾ 'ਚ ਮੈਂ ਵੇਖਿਆ ਵਾ, ਨਹੀਂ ਜਾ ਸਕਦੇ ਉੱਥੇ, ਪਰ ਬਹੁਤ ਛੋਟੀ ਕਮਿਊਨਿਟੀ ਰਹਿ ਗਈ ਹੁੰਦੀ। ਆਪਣੇ ਟਰਾਈਬ ਆ, ਉਹਨਾਂ ਦੇ ਆਪਣੇ ਟਰਾਈਬ ਦੇ ਵੀ ਲਾ ਹੈਗੇ ਆ ਜੀ। ਹਾਂ ਉੱਥੇ ਮੈਂ ਵੇਖਿਆ ਸਾਈਨ ਲਾਏ ਆ ਵੀ ਇਹ ਤੋਂ ਅੱਗੇ ਨਾ ਉਹ ਖਤਰਾ ਵਾ ਵੀ ਐਵੇਂ ਨਾ ਬੂਥਾ ਚੱਕ ਕੇ ਸਾਡੇ ਏਰੀਆ ਜਾ ਜਾਵੇ। ਇੱਕ ਮੂਵੀ ਵੀ ਇਹਨਾਂ ਤੇ ਵਰਲਡ ਵਾਰ 2 ਦੀ ਉਹ ਟਰੂ ਸਟੋਰੀ ਆ ਵੀ। ਜਦੋਂ ਮਤਲਬ ਕਹਿੰਦੇ ਵਰਲਡ ਵਾਰ ਚੱਲਦੀ ਸੀ 1 ਕੇ 2 ਹਨਾ, ਉਹ ਰੇਡੀਓ ਦੇ ਉੱਤੇ ਦੂਜੇ ਸਿਗਨਲ ਪੇ ਕਰ ਲੈਂਦੇ ਸੀ ਹਨਾ। ਜਿੱਦਾਂ ਇਹਨਾਂ ਨੇ ਆਪਣੀ ਕੋਈ ਮੈਸੇਜ ਦੇਣਾ ਵਾ ਆਪਣੇ ਜਨਰਲ ਨੂੰ ਵੀ ਆਪਾਂ ਇਹ ਕਰ ਲੈ ਤੂੰ ਕੁੜੀ ਨੂੰ, ਉਹ ਦੂਜੀ ਪਾਰਟੀ ਸੁਣ ਲੈਂਦੀ ਉਹਨਾਂ ਦੇ ਮੈਸੇਜ ਤੇ ਉਹ ਉਹਨਾਂ ਕੋਲ ਮਤਲਬ ਜਰਮਨ ਇੰਗਲਿਸ਼ ਜਿਹੜੀਆਂ ਕਾਮਨ ਭਾਸ਼ਾਵਾਂ ਉਹਨਾਂ ਕੋਲ ਟਰਾਂਸਲੇਟਰ ਹੁੰਦੇ ਸੀ। ਫਿਰ ਇਹਨਾਂ ਨੂੰ ਆਈਡੀਆ ਆਇਆ ਕਿ ਇਹਨਾਂ ਦੀ ਭਾਸ਼ਾ ਨਹੀਂ ਉਹਨਾਂ ਨੂੰ ਕਿਸੇ ਨੂੰ ਆਉਂਦੀ। ਅੱਛਾ। ਫਿਰ ਇਹਨਾਂ ਨੂੰ ਲੈ ਗਏ ਸਪੈਸ਼ਲੀ ਦੋਵੇਂ ਪਾਸੇ ਵੀ ਤੁਸੀਂ ਆਪਣੀ ਭਾਸ਼ਾ ਦੇ ਵਿੱਚ ਬੋਲੋ ਤੇ ਉਹ ਸੁਣੂਗਾ ਵੀ ਤੁਹਾਡਾ ਬੰਦਾ ਆਪਣੀ ਭਾਸ਼ਾ, ਫਿਰ ਉਹ ਟਰਾਂਸਲੇਟ ਕਰਕੇ ਦੱਸ ਦੂਗਾ ਵੀ ਆ ਇੰਗਲਿਸ਼। ਇਹ ਵੀ ਬਹੁਤ ਬਲੀਵ ਕਰਦੇ ਨੇ, ਜਿੱਦਾਂ ਆਪਣੇ ਇੰਡੀਆ ਨਹੀਂ ਕਰਦੇ ਆਤਮਾ ਉਤਮਾ ਜਾਂ ਇਹ ਵੀ ਬਹੁਤ ਬਲੀਵ ਕਰਦੇ, ਮੰਨਦੇ ਆ ਇਹਦਾ ਰੱਬ ਗੋਡ ਗੁੱਡ ਵੀ ਕਈ ਪੈਣਾ ਜਾਂ ਤਾਂ ਗਲ ਪੈਨੇ ਆ ਜਦ ਮਰਜੀ ਵੇਖ ਲਿਆ ਕੇ ਸ਼ੱਕ ਦੇ ਹੀ ਰਹਿਨੇ ਆ। ਇਹ ਸੀਕ੍ਰੇਟ ਕੰਪਾਰਟਮੈਂਟ 'ਚ ਬਹੁਤ ਜ਼ਿਆਦਾ ਅੱਛਾ ਟਾਇਰ ਦੇ ਉੱਪਰ ਕੱਟ ਜਿਹਾ ਲੱਗਾ ਹਨਾ। ਬਾਹਰ ਆ ਜਾਂਦਾ।
ਇਹ ਹੈ ਜੀ ਰਿਵੀਅਨ, ਇਹ ਵੀ ਇਲੈਕਟ੍ਰੋਨਿਕ ਪਿਕਅਪ ਆ ਵੀ ਟੈਸਲਾ ਦੇ ਉਦਾਂ ਕਈ ਕੰਪੀਟੀਟਰ ਉੱਠ ਰਹੇ ਆ, ਉਹਨਾਂ ਦੇ ਵਿੱਚੋਂ ਇੱਕ ਇਹ ਵੀ ਆ। ਚੰਡੀ Amazon ਦਾ ਪੈਨਲ ਲੱਗਾ Amazon, ਹਾਂਜੀ ਹਾਂ Amazon ਵਾਲੇ ਇੱਥੇ ਇਨਵੋਲਵ ਆ। ਉਹਨਾਂ ਨੇ ਕਰ ਲਈਆਂ ਨਾ ਆਪਣੀਆਂ ਉਹਨਾਂ ਨੇ ਕਾਫੀ ਪੈਨਲ ਕਰ ਲਈਆਂ ਸ਼ਕੇਰ ਦਾ Capital ਨੈਸ਼ਨਲ ਲਾਇਬ੍ਰੇਰੀ। ਠੀਕ ਹੈ ਜੀ। ਕੀ ਬਾਤ ਆ ਵੀ। ਇਹ ਵਾਲੀ ਲਾਇਬ੍ਰੇਰੀ ਨੈਸ਼ਨਲ ਭਾਈ ਵੀ ਇਹਨਾਂ ਦੀ ਸਰਕਾਰੀ ਨੈਸ਼ਨਲ ਲਾਇਬ੍ਰੇਰੀ ਹੈ। ਫਰੰਟ ਸਾਈਡ ਇਹ ਆ ਗਈ ਜੀ ਕੈਪੀਟਲ, ਜਿੱਥੇ ਟਰੰਪ ਉਹਨਾਂ ਨੇ ਸਪੋਰਟਰਾਂ ਨੇ ਕਰੀ ਚੰਗਾ ਹੜਦਮ ਮਚਾਇਆ ਸੀ। ਤੇ ਇੱਧਰ ਸੱਜੇ ਹੱਥ ਆ ਗਈ ਆਪਣੇ ਸੁਪਰੀਮ ਕੋਰਟ ਭਾਜੀ ਕਹਿੰਦੇ ਆ, ਜਿੱਥੇ ਫਾਈਨਲ ਡਿਸੀਜਨ ਹੁੰਦਾ। ਇਸ ਜਗ੍ਹਾ ਜਸਟਿਸ ਸਮਥਿੰਗ ਲਿਖਿਆ ਹੁੰਦਾ। ਅੱਛਾ, ਇਕੁਅਲ ਜਸਟਿਸ ਅੰਡਰ ਲਾਅ। ਪਿੱਛੇ ਵੇਖ ਕੇ ਆਏ ਆਪਾਂ ਨੈਚੁਰਲ ਹਿਸਟਰੀ ਮਿਊਜ਼ੀਅਮ। ਅੰਦਰ ਵੜਦੇ ਆ ਸਾਰੀ ਪਹਿਲਾਂ ਤੇ ਉਹਨਾਂ ਨੇ ਵੱਡਾ ਸਾਰਾ ਹਾਥੀ ਲਾਇਆ ਵਾ ਤੇ ਅਪੀਲ ਉਹਨਾਂ ਨੇ ਕੀਤੀ ਆ ਕਿ ਉਹਨਾਂ ਨੂੰ ਮਾਰਿਆ ਨਾ ਜਾਵੇ ਉਹਨਾਂ ਦੀਆਂ ਸੁੰਡਾਂ ਲਈ, ਕਿਉਂਕਿ ਉਹਦੇ ਉੱਪਰ ਬਹੁਤ ਸਾਰੀ ਮੀਨਾਕਾਰੀ ਹੁੰਦੀ ਆ, ਜੁਐਲਰੀ ਬਣਦੀ ਆ। ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਯੋਗਦਾਨ ਆ ਉਹ ਚਾਈਨਾ, USA, ਉਹਨਾਂ ਨੇ ਆਪ ਨੂੰ ਵੀ ਮੈਂਸ਼ਨ ਕੀਤਾ ਵੀ ਅਸੀਂ ਦੂਸਰੇ ਨੰਬਰ 'ਤੇ ਆ। ਤੇ ਨਿਊਯਾਰਕ ਦੇ ਵਿੱਚ ਕੋਈ ਦੁਕਾਨ ਸੀ ਜਿਹਦੇ ਵਿੱਚੋਂ ਇੰਨਾ ਸਮਾਨ ਮਿਲਿਆ ਕਿ ਦੱਸਿਆ ਗਿਆ ਵੀ ਇੱਥੇ ਜਿੰਨਾ ਸਮਾਨ ਆ ਇਟ ਮੀਨਸ 100 ਹਾਥੀ ਮਾਰੇ ਗਏ ਹੋਣਗੇ ਇੰਨੇ ਕੁ ਸਮਾਨ ਵਾਸਤੇ ਹੀ। ਸੋ ਉਹਦੇ ਸਾਰੇ ਮਿਊਜ਼ੀਅਮ ਦੇ ਵਿੱਚ ਇੱਕ ਜਿਹੜੀ ਉਹਦੀ ਸੋਲ ਜੀ ਹੈ ਨਾ ਮਿਊਜ਼ੀਅਮ ਦੀ, ਜਿਹੜੀ ਐਨੀਮਲਸ ਬਾਰੇ ਆ ਉਹਨਾਂ ਨੇ ਇਹੋ ਹੀ ਦੱਸਿਆ ਕਿ ਕਿੱਦਾਂ ਇਹ ਐਨੀਮਲ ਸਾਰੇ ਐਕਸਟੈਂਟ ਹੋ ਰਹੇ ਨੇ ਤੇ ਕਿੱਦਾਂ ਆਪਾਂ ਇਹ ਰੋਕ ਸਕਦੇ ਹਾਂ। ਬਾਅਦ ਦੇ ਵਿੱਚ ਆਪਾਂ ਪਹੁੰਚ ਜਾਂਦੇ ਹਾਂ ਬੰਦਿਆਂ ਦੀ ਹਿਸਟਰੀ ਬਾਰੇ। ਤੇ ਬੰਦਿਆਂ ਦੀ ਹਿਸਟਰੀ ਉਹਨਾਂ ਨੇ ਦੱਸਿਆ ਕਿ ਆਪਾਂ ਮੈਮਲ ਫੈਮਿਲੀ ਦੇ ਵਿੱਚੋਂ ਆ, ਤੇ ਜੇ ਆਪਾਂ ਜਸਟ ਸਾਰੀ ਮੈਮਲ ਦੀ ਹਿਸਟਰੀ ਨੂੰ ਆਪਾਂ 1 ਘੰਟੇ ਦੇ ਵਿੱਚ ਡਿਵਾਈਡ ਕਰੀਏ ਨਾ ਤੇ ਆਪਣੀ ਹਿਊਮਨ ਦੀ ਹਿਸਟਰੀ ਸਿਰਫ 1 ਸੈਕਿੰਡ ਦੀ ਬਣਦੀ ਆ। ਤੇ ਉਹਨਾਂ ਨੇ ਜਿੱਦਾਂ ਜੋਕ ਵੀ ਮਾਰਿਆ ਸੀ ਉਹਦੇ ਵਿੱਚ ਕਿ ਵੀ ਸ਼ੋਡ ਅਪ ਟੂ ਦਾ ਪਾਰਟੀ ਲਾਸਟ ਮੂਮੈਂਟ ਬਟ ਵੀ ਥਿੰਕ ਦੈਟ ਵੀ ਆਰ ਕਿੱਦਾਂ ਭਾਜੀ ਦੱਸਿਓ ਹੀ ਲਾਈਫ ਆਫ ਦਾ ਪਾਰਟੀ। ਹਾਂ, ਸੋ ਉਹਨਾਂ ਨੇ ਕਿਹਾ ਸੀ ਬਟ ਅਸੀਂ ਸੋਚਦੇ ਹਾਂ ਵੀ ਆਰ ਦਾ ਲਾਈਫ ਆਫ ਦਾ ਪਾਰਟੀ। ਤੇ ਉਹਦੇ ਵਿੱਚ ਉਹਨਾਂ ਨੇ ਸਾਰੀ ਆਪਣੀ ਮੈਂ ਕਾਫੀ ਡਾਕੂਮੈਂਟਰੀਆਂ ਦੇਖੀਆਂ ਹੋਈਆਂ ਤਾਂ ਮੈਂ ਇੰਜੋਏ ਵੀ ਬਹੁਤ ਕਰਦਾ ਹੁੰਦਾ। ਤੇ ਉਹਨਾਂ ਨੇ ਦੱਸਿਆ ਕਿ ਆਪਣੀ ਮੈਮਲਸ ਦਾ ਸਾਰਿਆਂ ਦਾ ਉਹ ਛੋਟਾ ਜਿਹਾ ਚੂਹਾ ਟਾਈਪ ਸੀ, ਜਿਹਦੇ ਵਿੱਚੋਂ ਜਿੰਨਾ ਚਿਰ ਡਾਇਨਾਸੌਰ ਸੀ ਧਰਤੀ ਤੇ ਆਪਾਂ ਅੰਡਰਗਰਾਊਂਡ ਰਹੇ ਹਾਂ, ਆਪਣਾ ਐਂਸੈਸਟਰ ਸੀ ਚੂਹਾ ਜਿਹਾ। ਜਦੋਂ ਡਾਇਨਾਸੌਰ ਮਰ ਗਏ ਤੇ ਉਹ ਬਾਹਰ ਨਿਕਲ ਆਇਆ ਖੁੱਡਾਂ ਦੇ ਵਿੱਚੋਂ ਤੇ ਇੱਦਾਂ ਰਹਿਣ ਲੱਗ ਪਿਆ, ਪਾਣੀਆਂ ਚਲੇ ਗਏ, ਆਪਾਂ ਵੱਖੋ ਵੱਖਰੀ ਸ਼ੇਪ ਲੈਂਦੇ ਗਏ। ਤੇ ਫਿਰ ਇੱਦਾਂ ਹੀ ਆਪਣੀ ਜਿਹੜੀ ਫੈਮਿਲੀ ਫਿਰ ਆਪਾਂ ਵੀ ਇੱਕ ਰੁੱਖ ਵਾਂਗੂ ਫੈਲੀ ਗਏ ਆਪਾਂ। ਤੇ ਉਹਦੇ ਤੋਂ ਰਿਮਾਈਂਡਰ ਉਹਨਾਂ ਨੇ ਇਹ ਵੀ ਦਿੱਤਾ ਕਿ ਐਵੋਲੂਸ਼ਨ ਇਹ ਰੁਕਿਆ ਨੀਗਾ, ਇਹ ਚੱਲਦਾ ਹੀ ਰਹਿਣਾ। ਤੇ ਆਪਣੀ ਜੇ ਹਿਸਟਰੀ ਬਹੁਤ ਸ਼ਾਰਟ ਆ, ਡਾਇਨਾਸੌਰ ਕੋਈ ਅਰਾਊਂਡ 250 ਮਿਲੀਅਨ ਸਾਲ ਦੁਨੀਆ 'ਤੇ ਰਹਿ ਕੇ ਉਹ ਐਕਸਟੈਂਟ ਹੋ ਗਏ। ਆਪਣੀ ਤੇ ਜੇ ਕੁਝ ਮਿਲੀਅਨਸ ਸਾਲ ਦੀ ਹਿਸਟਰੀ ਹੈ ਤੇ ਆਪਾਂ ਵੀ ਕਦੀ ਇੱਥੋਂ ਦੁਨੀਆ ਜਹਾਨ ਤੋਂ ਜਾ ਸਕਦੇ ਹਾਂ, ਕਿਉਂਕਿ ਉਹਨਾਂ ਦਾ ਰਿਮਾਈਂਡਰ ਸੀ ਕਿ ਜਿਹੜੀ ਧਰਤੀ ਹੈ ਚੇਂਜ ਹੋਈ ਜਾ ਰਹੀ ਹੈ 6 ਬਿਲੀਅਨ ਸਾਲ ਤੋਂ। ਤੇ ਆਪਾਂ ਨੂੰ ਪਤਾ ਨਹੀਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਇੱਥੇ ਕੀ ਹੋ ਜਾਣਾ ਤੇ ਆਪਾਂ ਵੀ ਇੱਥੇ ਰਹਿਣਾ ਕਿ ਨਹੀਂ ਰਹਿਣਾ। ਸੋ ਫਿਰ ਇੱਕ ਰਿਮਾਈਂਡਰ ਉਹੀ ਕਿ ਬਾਹਲਾ ਫੰਨੇ ਖਾ ਨਾ ਬਣਿਆ ਕਰਕੇ ਆਪਾਂ ਨਜ਼ਾਰੇ ਲਿਆ ਕਰੋ ਤੇ ਸਾਰਿਆਂ ਨੂੰ ਇੱਜ਼ਤ ਦਿਆ ਕਰੋ, ਆਰਾਮ ਨਾਲ ਰਹੋ। ਵੀ ਇਹ ਨਾ ਸੋਚੋ ਮੈਂ ਤੇਰੇ ਤੋਂ ਉੱਚਾ ਵਾਂ ਤੇ ਕੋਈ ਮੇਰੇ ਤੋਂ ਨੀਵਾਂ ਵਾਂ। ਇੱਥੇ ਮਹਾਰਾਜ ਮਿਲੀਅਨ ਸਾਲ ਜਿਹੜੇ ਆਖਣ ਦੇ ਮੈਮਲ ਦੀ ਹਿਸਟਰੀ 1 ਸੈਕਿੰਡ ਆ, ਤਾਂ ਆਪਣੀ ਤਾਂ ਉਮਰ ਹੀ 70-80 ਸਾਲ ਆ ਸਾਰੀ। ਆਪਾਂ ਕਿਹੜੀ ਚੀਜ਼ ਦਾ ਮਾਣ ਕਰਦੇ ਹਾਂ। ਸੋ ਹੁਣ ਅੱਗੇ ਆਪਾਂ ਆ ਗਏ ਹਾਂ ਅਮਰੀਕਨ ਮਿਊਜ਼ੀਅਮ, ਹਿਸਟਰੀ ਮਿਊਜ਼ੀਅਮ। ਇਹ ਦੇਖਦੇ ਹੁਣ ਆਪਾਂ ਇਹਦੇ ਵਿੱਚ ਕੀ ਕੁਛ ਆ ਜਾਓ ਭਾਜੀ। ਇਹਦੇ ਵਿੱਚ ਖਾਸ ਕਰ ਜਿਹੜੇ ਮਿਊਜ਼ੀਅਮ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਅਮਰੀਕਾ ਨੇ ਕਿੱਦਾਂ ਤਰੱਕੀ ਕੀਤੀ। ਆਪਾਂ ਜਾ ਕੇ ਅੰਦਰ ਦੇਖਦੇ ਹਾਂ। ਤੇ ਆ ਜੇ ਭਾਜੀ ਜਿਹੜਾ ਇਹਨਾਂ ਦਾ ਫਸਟ ਸੁਪਰ ਹਾਈਵੇ ਜਿਹੜਾ ਉੱਥੋਂ ਆ ਕੇ ਬਣਵਾਇਆ ਸੀ ਨਾ, ਆ ਇੰਟਰਸਟੇਟ 80 ਆ ਜਿਹੜਾ ਨਿਊਯਾਰਕ ਤੋਂ ਸ਼ੁਰੂ ਹੁੰਦਾ। ਹਾਂ, ਨਿਊਯਾਰਕ ਤੋਂ ਅੱਗੇ ਪੈਂਸਿਲਵੇਨੀਆ ਆ ਜਾਣਾ। ਭਾਈ ਤੁਹਾਨੂੰ ਜ਼ਿਆਦਾ ਪਤਾ ਹੋਣਾ, ਭਾਈ ਇੱਥੇ ਟਰੈਵਲ ਕਰਦੇ ਆ। ਹੁੰਦਾ ਜਰਸੀ ਤੋਂ ਸ਼ੁਰੂ ਹੈ, ਨਿਊਯਾਰਕ ਦਾ ਉਦਾਂ ਹੀ ਨਾ ਹੁੰਦਾ ਹੈ। 95 ਤੋਂ ਸ਼ੁਰੂ ਹੁੰਦਾ, 95 ਜਰਸੀ, ਪੈਂਸਿਲਵੇਨੀਆ, ਆਹਾਇਓ, ਇੰਡੀਆਨਾ, ਇਲੀਨੋਏ, ਸ਼ਿਕਾਗੋ, ਇਲੀਨੋਏ। ਸਭ ਤੋਂ ਪਹਿਲਾਂ ਜਦੋਂ ਆਪਾਂ ਐਂਟਰੀ ਮਾਰੀ ਆ ਜੇ ਮਿਊਜ਼ੀਅਮ ਦੇ ਵਿੱਚ, ਪਹਿਲਾਂ ਇੱਕ ਮੱਥੇ ਨਾਮ ਵੱਜਾ ਉਹ ਸੀ ਸੰਤਾ ਕਰੂਜ਼।
ਇੱਕਦਮ ਹੀ ਦਿਮਾਗ ਨੇ ਸੋਚਿਆ ਯਾਰ ਵੀ ਇਹ ਸੰਤਾ ਕਰੂਜ਼ ਜਿੱਥੇ ਜਾਈਏ ਸੰਤਾ ਕਰੂਜ਼। ਇਹਨਾਂ ਤਾਂ ਮੈਨੂੰ ਪਤਾ ਸੀ ਕਿ ਜਿੱਥੇ ਇੱਥੇ ਸਪੈਨਿਸ਼ ਗਏ ਉੱਥੇ ਜਿਹੜੀ ਸਿਟੀ ਹੈਗੀ ਹੈ ਸੰਤਾ ਕਰੂਜ਼। ਈਵਨ ਫਿਲੀਪੀਨਸ ਦੇ ਵਿੱਚ ਵੀ ਜਦੋਂ ਸਪੈਨਿਸ਼ ਗਏ ਸੀ ਉੱਥੇ ਵੀ ਸੰਤਾ ਕਰੂਜ਼ ਹੈਗੀ। ਫਿਰ ਆਪਾਂ ਜਦੋਂ ਸਰਚ ਮਾਰੀ ਕਿ ਸੰਤਾ ਕਰੂਜ਼ ਯਾਰ ਕਿਉਂ ਆ ਹੈ ਨਾ ਵੀ ਇੰਨੀਆਂ ਸਿਟੀ ਦੇ ਨਾਂ, ਤੇ ਇਹਨਾਂ ਦੀ ਪਹਿਲੀ ਕਿਹੜੀ ਸਿਟੀ ਸੀ ਜਿਹਦਾ ਨਾਂ ਸੰਤਾ ਕਰੂਜ਼ ਸੀ, ਤੇ ਉਹ ਨਿਕਲੀ ਆਪਣੀ ਸੰਤਾ ਕਰੂਜ਼ ਦੇ ਟੈਨਰੀਫੇ, ਜਿੱਥੇ ਆਪਾਂ ਰਹਿੰਦੇ ਹਾਂ ਸੁੱਖ ਨਾਲ। ਬੜੀ ਇਹ ਕੋਇਨਸੀਡੈਂਟਲੀ ਜੇ ਇੱਕ ਬੜਾ ਅਜੀਬ ਜੀ ਗੱਲ ਸੀ ਇਹ। ਤੇ ਉਸ ਤੋਂ ਬਾਅਦ ਅੱਗੇ ਆਪਾਂ ਥੋੜਾ ਜਿਹਾ ਜਾਂਦੇ ਹਾਂ ਤੇ ਉੱਥੇ ਅੱਗੇ ਆ ਜਾਂਦਾ ਮੋਟਰ ਬਾਈਕ ਵਗੈਰਾ। ਉੱਥੇ ਸੀ ਵੀ 1920 ਦੇ ਵਿੱਚ ਜਿਹੜੀ ਇੱਕ ਮੋਟਰ ਬਾਈਕ ਸੀ ਉਹ $20 ਦੀ ਹੁੰਦੀ ਸੀ। ਤੇ ਉਸ ਤੋਂ ਪਿੱਛੇ ਜੇ ਆਪਾਂ ਇੱਕ ਜਗ੍ਹਾ ਵੇਖ ਕੇ ਆਏ ਸੀ ਜਿੱਥੇ ਲਿਖਿਆ ਸੀ ਕਿ 1885 ਦੇ ਵਿੱਚ ਇੱਥੇ ਚਾਈਨੀਜ਼ ਪਟੜੀਆਂ ਬਣਾਉਣ ਆਏ ਸੀ ਤੇ ਜਿਨ੍ਹਾਂ ਦੀ ਪਰ ਡੇ ਵੇਜ ਹੈਗੀ ਸੀ $1, ਤੇ ਉਹ ਹੈਗੀ ਸੀ 1885 ਦੇ ਵਿੱਚ। ਸੋ 1920 ਦੇ ਵਿੱਚ ਉਹ ਤਾਂ ਅਪਰੋਕਸੀਮੇਟਲੀ ਹੋ ਗਈ ਹੋਊ $1.5 ਜਾਂ $2 ਤੋਂ ਹੋ ਗਈ ਹੋਊ। ਸੋ ਕਹਿਣ ਦਾ ਭਾਵ ਵੀ 1920 ਦੇ ਵਿੱਚ ਇੱਕ ਕੋਈ ਪਟੜੀਆਂ ਬਣਾਉਣ ਵਾਲਾ ਵੀ ਬੰਦਾ ਸਿਰਫ ਆਪਣੀ 10 ਦਿਨ ਦੀ ਕਮਾਈ ਨਾਲ ਮੋਟਰਸਾਈਕਲ ਲੈ ਸਕਦਾ ਸੀ। ਸੋ ਇੱਕ ਵਧੀਆ ਚੀਜ਼ ਸੀ। ਉਸ ਤੋਂ ਅੱਗੇ ਆਪਾਂ ਗਏ ਤੇ ਉਹਦੇ ਵਿੱਚ ਇਨਵੈਂਸ਼ਨ ਦੇ ਵਿੱਚ ਆ ਗਿਆ ਜਿਹੜੇ ਹੈਗੇ ਆ ਕੰਟੇਨਰ, ਜਿਹੜੇ ਸ਼ਿਪਿੰਗ ਵਾਸਤੇ ਯੂਜ਼ ਹੁੰਦੇ ਆ। ਤੇ ਉਹ ਦੱਸਿਆ ਗਿਆ ਵੀ ਇੱਕ ਬੜੀ ਬੰਬ ਇਨੋਵੇਸ਼ਨ ਸੀ। ਉਸ ਤੋਂ ਪਹਿਲਾਂ ਕੀ ਸੀ ਕਿ ਚੀਜ਼ਾਂ ਦਾ ਕੋਈ ਸ਼ੇਪ ਨਹੀਂ ਸੀ, ਕਿਸੇ ਨੇ ਬੋਰੀਆਂ 'ਚ ਸੀ ਕਿ ਚੀਜ਼ਾਂ ਭੇਜਤੀਆਂ ਕਿਸੇ ਨੇ ਵੱਡਾ, ਤੇ ਉੱਥੇ ਜਾ ਕੇ ਲੋਡਿੰਗ ਅਨਲੋਡਿੰਗ ਨੂੰ ਬਹੁਤ ਟਾਈਮ ਲੱਗਦਾ ਸੀ। ਫਿਰ ਉਹਨਾਂ ਨੇ ਸਾਰੀ ਦੁਨੀਆ ਦੇ ਵਿੱਚ ਇੱਕੋ ਸਟੈਂਡਰਡ ਸਾਈਜ਼ ਰੱਖ ਕੇ ਉਹ ਕੰਟੇਨਰ ਬਣਾਏ ਤੇ ਲੋਡਿੰਗ ਅਨਲੋਡਿੰਗ ਈਜ਼ੀ ਹੋ ਗਈ। ਤੇ ਉਦੋਂ ਕਾਫੀ ਲੋਕਾਂ ਨੇ ਪ੍ਰੋਟੈਸਟ ਵੀ ਕੀਤਾ ਕਿ ਸਾਡੀਆਂ ਜੌਬਾਂ ਚਲੇ ਜਾਣੀਆਂ, ਇੱਦਾਂ ਹੋ ਜਾਣਾ। ਪਰ ਅਖੀਰੀ ਦੇਖ ਲਓ ਵੀ ਦੁਨੀਆ ਉਹਦੇ 'ਚ ਰਚ ਮਚ ਹੀ ਗਈ। ਅੱਜ ਵੀ ਬਹੁਤ ਨਵੀਆਂ ਇਨਵੈਂਸ਼ਨਾਂ ਹੁੰਦੀਆਂ ਵਾ ਜਿਨ੍ਹਾਂ ਤੋਂ ਕਹਿੰਦੇ ਜੌਬਾਂ ਚਲ ਜਾਣੀਆਂ। ਸੋ ਇਸ ਤੋਂ ਪਿੱਛੇ ਜਿਹੜਾ ਆਪਾਂ ਨੈਚੁਰਲ ਹਿਸਟਰੀ ਮਿਊਜ਼ੀਅਮ ਦੇਖ ਕੇ ਆਏ ਆ, ਉਹਦੇ 'ਚ ਵੀ ਦੇਖੋ ਨਾ ਹਿਊਮਨ ਇਵੋਲਵ ਹੋ ਹੀ ਜਾਂਦਾ ਵਾ ਚੀਜ਼ਾਂ ਦੇ ਨਾਲ, ਵੈਦਰ ਦੇ ਨਾਲ। ਇੱਦਾਂ ਹੀ ਜਿਹੜਾ ਆਪਾਂ ਇਨਸਾਨ ਆ, ਆਪਾਂ ਨਵੀਆਂ ਕਾਢਾਂ ਦੇ ਨਾਲ ਇਵੋਲਵ ਹੋ ਹੀ ਜਾਣਾ। ਤੇ ਜਿੱਦਣ ਆਪਣਾ ਨੰਬਰ ਆਉਣਾ ਐਕਸਟੈਂਟ ਹੋਣ ਦਾ ਉਦੋਂ ਆ ਹੀ ਜਾਣਾ ਸੁੱਖ ਨਾਲ, ਕਿਸੇ ਚੀਜ਼ ਨੇ ਡੱਕਣਾ ਨਹੀਂਗਾ। ਉਹਦੇ ਵਿੱਚ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਅਮਰੀਕਾ ਦੇ ਵਿੱਚ ਜਿਹੜੀਆਂ ਗੱਡੀਆਂ ਸੀ ਉਹ ਆਪਣੇ ਕਿਉਂਕਿ ਇੰਗਲੈਂਡ ਦੇ ਇਨਫਲੂਐਂਸ ਹੇਠ ਸੀ ਇਹ ਜਗ੍ਹਾ, ਤੇ ਇੱਥੇ ਵੀ ਖੱਬੇ ਹੱਥੀ ਚੱਲਦੀਆਂ ਸੀ। ਪਰ 1908 ਦੇ ਵਿੱਚ ਫਿਰ ਇਹ ਚੀਜ਼ ਚੇਂਜ ਹੋ ਗਈ ਜਦੋਂ ਫੋਰਡ ਨੇ ਆਪਣਾ ਇੱਕ ਮਾਡਲ ਕੱਢਿਆ। ਤੇ ਉਸ ਤੋਂ ਬਾਅਦ ਜਿਹੜੀਆਂ ਹੋਰ ਕਾਰ ਕੰਪਨੀਆਂ ਨੇ ਵੀ ਜਿਹੜੀ ਡਰਾਈਵਿੰਗ ਸੀ, ਉਹ ਜਿਹੜਾ ਸਟੀਅਰਿੰਗ ਸੀ ਉਹ ਖੱਬੇ ਹੱਥ ਲਾਉਣਾ ਸ਼ੁਰੂ ਕਰਤਾ ਤੇ ਜਿਹੜੀ ਡਰਾਈਵਿੰਗ ਸੀ ਉਹ ਸੱਜੇ ਹੱਥ ਨੂੰ ਸ਼ਿਫਟ ਹੋ ਗਈ। ਤੇ ਉਸ ਤੋਂ ਅੱਗੇ ਆਪਾਂ ਜਾਈਏ ਤਾਂ ਬ੍ਰੈਡ ਬਾਰੇ ਬੜਾ ਕੁਝ ਉਹਨਾਂ ਨੇ ਮਨੀ ਬਾਰੇ ਦੱਸਿਆ ਵਾ, ਪਰ ਉਹਨਾਂ ਨੇ ਬ੍ਰੈਡ ਨੂੰ ਐਜ਼ ਐਗਜ਼ਾਮਪਲ ਯੂਜ਼ ਕੀਤਾ। ਤੇ ਉਹਦੇ ਵਿੱਚ ਉਹਨਾਂ ਨੇ ਪ੍ਰਾਈਜ਼ ਲਿਖੇ ਆ ਵੀ ਫਰਾਂਸ ਦੇ ਵਿੱਚ €1 ਪ੍ਰਾਈਸ ਸੀ ਉਹਦੇ ਟਾਈਮ US ਦੇ ਵਿੱਚ $3 ਪਰ ਬ੍ਰੈਡ ਸੀ। ਤੇ ਉਹਨਾਂ ਨੇ ਦੱਸਿਆ ਕਿ ਜਰਮਨੀ ਦੇ ਵਿੱਚ 1923 ਦੇ ਵਿੱਚ ਅਰਾਊਂਡ ਵਰਲਡ ਵਾਰ 1 ਤੋਂ ਬਾਅਦ ਇਨਫਲੇਸ਼ਨ ਜਿਹੜੇ ਹੱਦ ਤੱਕ ਪਹੁੰਚ ਗਈ ਸੀ ਕਿ ਜਿਹੜੀ ਬ੍ਰੈਡ ਦੀ ਕੀਮਤ ਸੀ ਉਹ 500 ਮਿਲੀਅਨ ਫਰੈਂਕ ਪਹੁੰਚ ਗਈ ਸੀ। ਤੇ ਉਹਦੀ ਇੱਕ ਲੇਟੈਸਟ ਐਗਜ਼ਾਮਪਲ ਵੀ ਹੈਗੀ ਅੱਜ ਕੱਲ੍ਹ ਵੈਨੇਜ਼ੁਏਲਾ ਦੇ ਵਿੱਚ। ਉੱਥੇ ਵੀ ਜਿਹੜੀ ਮਨੀ ਦੀ ਕੋਈ ਕੀਮਤ ਨਹੀਂ ਰਹੀ। ਉਹ ਕਹਿੰਦੇ ਮਨੀ ਨੂੰ ਕਾਊਂਟ ਕਰਨ ਦਾ ਟਾਈਮ ਹੀ ਹੈ ਨਹੀਂਗਾ, ਤੇ ਉਹ ਮਨੀ ਨੂੰ ਤੋਲ ਕੇ ਹੀ ਲੈਂਦੇ ਆ। ਤੇ ਕੋਈ ਕਿਸੇ ਨੂੰ ਰੇਹੜੀਆਂ 'ਤੇ ਚੀਜ਼ ਦੇਣੀ ਆ ਨਾ, ਤੇ ਜਿਹੜੀ ਅਖਬਾਰ ਨਾਲੋਂ ਸਸਤੀ ਮਨੀ ਆ ਹੁਣ, ਤੇ ਉਹ ਪੈਸਿਆਂ ਦੇ ਵਿੱਚ ਚੀਜ਼ਾਂ ਪਾ ਦੇ ਰਹੇ ਨੇ। ਉਸ ਤੋਂ ਬਾਅਦ ਉਹਨਾਂ ਨੇ ਮਨੀ ਹਿਸਟਰੀ ਬਾਰੇ ਕਾਫੀ ਕੁਝ ਦੱਸਿਆ ਵਾ ਕਿ ਕਿੱਦਾਂ ਕਿਸੇ ਟਾਈਮ ਉਹਨਾਂ ਨੇ ਜੇ ਕਵੀ ਦੱਸਿਆ ਨੇ ਮਨੀ ਇਜ਼ ਜਸਟ ਏ ਬਿਲੀਫ ਆ ਨਾ, ਵੀ ਤੁਹਾਡਾ ਵਿਸ਼ਵਾਸ ਹੀ ਪੈਸਾ। ਵੇਖ ਲਓ ਕਦੀ ਪੱਥਰ ਸੀ ਵਰਤਿਆ ਜਾਂਦਾ ਐਜ਼ ਏ ਮਨੀ, ਪੱਥਰ ਦਾ ਚੱਕਾ ਆ ਸੀ, ਕਿੱਦਾਂ ਉਹ ਟਰੈਵਲ ਕਰਦਾ ਨੋਟਾਂ ਤੋਂ ਕ੍ਰੈਡਿਟ ਕਾਰਡ ਤੋਂ ਬਿਟਕੋਇਨ ਤੱਕ ਪਹੁੰਚ ਗਿਆ ਵਾ ਉਹਦਾ ਸਫ਼ਰ। ਉਸ ਤੋਂ ਬਾਅਦ ਇੱਕ ਬੜੀ ਇੰਟਰਸਟਿੰਗ ਚੀਜ਼ ਸੀ, ਉਹ ਲਿਖਿਆ ਸੀ ਟਰੈਕਟਰਾਂ ਬਾਰੇ ਸੀ, ਤੇ ਉਹਦਾ ਉਹਨਾਂ ਨੇ ਟਾਈਟਲ ਜਿਹਾ ਲਿਖਿਆ ਸੀ ਫਿਊਲ ਵਰਸਸ ਫੀਡ। ਤੇ ਉਹਦਾ ਕਹਿੰਦੇ ਵੀ ਘੋੜਿਆਂ ਤੋਂ ਟਰੈਕਟਰਾਂ ਦੇ ਲੋਕੀ ਆ ਕੇ ਕਹਿੰਦੇ ਘੋੜਾ ਤਾਂ 365 ਦੇ 65 ਦੇ ਨਹੀਂ ਖਾਂਦਾ ਸੀ, ਟਰੈਕਟਰ ਨੇ ਤੇ ਉਦੋਂ ਹੀ ਖਾਣਾ ਜਦੋਂ ਉਹਦਾ ਸੈਲਫ ਮਾਰਿਆ। ਤੇ ਇਸ ਕਰਕੇ ਲੋਕੀ ਟਰੈਕਟਰ ਵੱਲ ਨੂੰ ਗਏ। ਤੇ 1943 ਦੇ ਵਿੱਚ ਉਹ ਪੁਆਇੰਟ ਇਦਾਂ ਦਾ ਆ ਗਿਆ ਸੀ ਜਦੋਂ ਟਰੈਕਟਰ ਲੋਕੀ ਜ਼ਿਆਦਾ ਇਸਤੇਮਾਲ ਕਰਨ ਲੱਗ ਪਏ ਘੋੜਿਆਂ ਨਾਲੋਂ, ਕਿਉਂਕਿ ਪਹਿਲਾਂ ਘੋੜੇ ਹੀ ਇਸਤੇਮਾਲ ਕਰਦੇ ਸੀ ਖੇਤੀ ਲਈ, ਘੋੜੇ ਬਲਦ ਇਹੋ ਜਿਹੀਆਂ ਚੀਜ਼ਾਂ। ਤੇ ਇਹ ਅੱਜ ਵੀ ਆਪਾਂ ਨੂੰ ਲੱਗਦਾ ਵਾ ਵੀ ਇਹ ਚੀਜ਼ ਰੁਕਣੀ ਨਹੀਂ ਗੀ। ਹੁਣ ਅੱਜ ਕੱਲ੍ਹ ਜਿਹੜੀਆਂ ਕੰਪਨੀਆਂ ਵਾ ਉਹ ਲੱਭ ਰਹੀਆਂ ਅਲਟਰਨੇਟਿਵ, ਯਾਰ ਬੰਦਿਆਂ ਨੂੰ ਸੈਲਰੀ ਦੇਣੀ ਪੈਂਦੀ ਆ, ਇਹਨਾਂ ਨੂੰ 12 ਦੇ 12 ਮਹੀਨੇ ਕੰਮ 8 ਘੰਟੇ ਕਰਦੇ ਆ ਇਹ, ਤੇ ਇਹ ਬਿਮਾਰ ਵੀ ਪੈ ਜਾਂਦੇ ਸਾਨੂੰ ਤਾਂ ਵੀ ਪੈਸੇ ਦੇਣੇ ਪੈਂਦੇ। ਇਸੇ ਕਰਕੇ ਕੰਪਨੀਆਂ ਐਮਾਜ਼ੋਨ ਵਰਗੀਆਂ ਉਹ ਰੋਬੋਟ ਲੱਭ ਰਹੀਆਂ ਵਾ ਕਿ ਅਸੀਂ ਰੋਬੋਟ ਇਹੋ ਜਿਹੇ ਇਨਵੈਂਟ ਕਰ ਲਈਏ। ਸੋ ਵੀ ਚੀਜ਼ ਮੈਨੂੰ ਲੱਗਦਾ ਤਾਂ ਨਹੀਂ ਬੈਕ ਗੇਅਰ ਨਹੀਂ ਪੈਣਾ, ਇਹ ਹੁਣ ਕੰਮ ਗਾਂਹ ਨੂੰ ਹੀ ਜਾਣਾ। ਇਸ ਤੋਂ ਤੁਸੀਂ ਇਹ ਵੀ ਚੀਜ਼ ਸੋਚ ਲਓ। ਉਸ ਤੋਂ ਅੱਗੇ ਫਿਰ ਬਿਜ਼ਨਸਮੈਨਾਂ ਦਾ ਬੜਾ ਵਧੀਆ ਆ ਗਿਆ ਸੀ, ਜਿਹਦੇ ਵਿੱਚ ਵਾਰਨ ਬਫੇ ਵਗੈਰਾ, ਉਹਨਾਂ ਬਾਰੇ ਦੱਸਿਆ ਵੀ ਉਹ ਪਿਓ ਦਾ ਪੁੱਤ ਕਹਿੰਦਾ ਵੀ ਮੈਂ 11 ਸਾਲ 'ਚ ਕਹਿੰਦਾ ਪਹਿਲੀ ਆਪਣੀ ਇਨਵੈਸਟਮੈਂਟ ਕੀਤੀ ਸੀ, ਤੇ ਉਸ ਤੋਂ ਪਿਛਲੀ ਕਹਿੰਦਾ ਮੈਂ ਜ਼ਿੰਦਗੀ ਵੇਸਟ ਹੀ ਕੀਤੀ ਸੀ। ਮੈਨੂੰ ਤਾਂ ਉਦੋਂ ਹੀ ਜੀਅ ਕਰਦਾ ਕੋਈ ਖੂਹ ਲੱਭ ਜੇ ਉਹ 'ਚ ਛਾਲ ਮਾਰ ਦਈਏ, ਇਟ ਮੀਨਸ ਅਸੀਂ ਆਪਣੇ 30-35 ਸਾਲ ਐਵੇਂ ਵੇਸਟ ਹੀ ਕਰਤੇ। ਸੋ ਉਸ ਤੋਂ ਇਹਨਾਂ ਕਹਾਣੀਆਂ ਤੋਂ ਇਹ ਕਈ ਵਾਰੀ ਸੋਚਾਂ ਐਕਸਟ੍ਰੀਮ ਲੈਵਲ ਤੱਕ ਚੱਲ ਜਾਂਦੀਆਂ, ਪਰ ਇਹਨਾਂ ਤੋਂ ਆਪਾਂ ਇਹ ਜ਼ਰੂਰ ਸਿੱਖ ਸਕਦੇ ਹਾਂ ਵੀ ਇਹਨਾਂ ਤੋਂ ਕੁਛ ਇੰਸਪਾਇਰ ਹੋ ਕੇ ਆਪਣੀ ਜ਼ਿੰਦਗੀ ਦੇ ਵਿੱਚ ਕੁਛ ਢਾਲ ਲਈਏ, ਵੀ ਆਪਾਂ ਵੀ ਕੋਈ ਅਰਲੀ ਏਜ ਤੋਂ ਥੋੜ੍ਹੀ ਬਹੁਤ ਇਨਵੈਸਟਮੈਂਟ ਕਰਨੀ ਸ਼ੁਰੂ ਕਰ ਦਈਏ। ਇਨਵੈਸਟਮੈਂਟ ਜਸਟ
ਪੈਸਿਆਂ ਦੀ ਨਹੀਂ ਹੁੰਦੀ, ਤੁਸੀਂ ਰਾਈਟ ਪੀਪਲ ਦੇ ਵਿੱਚ ਇਨਵੈਸਟ ਕਰਦੇ ਹੋ ਉਹਦਾ ਵੀ ਤੁਹਾਨੂੰ ਬੈਨੀਫਿਟ ਮਿਲਦਾ। ਤੁਸੀਂ ਆਪਣੇ ਰਿਸ਼ਤੇ ਕਿਹੜੇ ਲੋਕਾਂ ਨਾਲ ਬਣਾਉਣੇ ਆ, ਤੁਸੀਂ ਚੰਗੇ ਲੋਕ ਆਪਣੇ ਆਲੇ ਦੁਆਲੇ ਰੱਖਦੇ ਹੋ ਵੀ ਇਟ ਮੀਨਸ ਤੁਸੀਂ ਲੋਕਾਂ 'ਚ ਇਨਵੈਸਟ ਕਰ ਰਹੇ ਹੋ ਤੇ ਉਹਦੇ ਵੀ ਤੁਹਾਨੂੰ ਬੈਨੀਫਿਟ ਬੈਕ ਮਿਲਦੇ ਆ। ਇੱਕ ਆਪਾਂ ਆਲਵੇਜ਼ ਜਿਹੜੇ ਬਿਜ਼ਨਸਮੈਨ ਹੁੰਦੇ ਉਹਨਾਂ ਨੂੰ ਆਪਾਂ ਨੈਗੇਟਿਵ ਹੀ ਪੇਂਟ ਕਰੀਦਾ ਵੀ ਇਹ ਸ਼ਾਇਦ ਦੁਨੀਆ ਨੂੰ ਲੁੱਟ ਕੇ ਖਾ ਗਏ, ਪਰ ਉਹਦੇ ਟਾਈਮ ਖਾਸ ਕਰ ਜਿਹੜਾ 19ਵੀਂ ਸੈਂਚਰੀ ਸੀ ਨਾ, ਉਦੋਂ ਆਪਣੇ ਆਲੇ ਦੁਆਲੇ ਚੀਜ਼ਾਂ ਇਦਾਂ ਦੀਆਂ ਨਹੀਂ ਸੀ। ਅੱਜ ਤਾਂ ਆਪਣੇ ਆਲੇ ਦੁਆਲੇ ਕਾਰ ਭੱਜਦੀ ਦੀਦੀ ਆ ਹੈ ਨਾ, ਇੰਜਨ ਉਹ 'ਚ ਹੈਗਾ, ਤੇ ਅੱਜ ਆਪਾਂ ਸੋਚਦੇ ਵੀ ਅਸੀਂ 100 ਤੋਂ 500 ਦੀ ਸਪੀਡ ਹਾਸਲ ਕਰ ਲਈਏ ਜਾਂ 1000 ਦੀ ਕਰ ਲਈਏ। ਉਸ ਟਾਈਮ ਉਹੜੇ ਲੋਕਾਂ ਨੇ, ਇਨਵੈਂਟਰਾਂ ਨੇ ਉਦੋਂ ਇਮੈਜੀਨੇਸ਼ਨ ਯੂਜ਼ ਕੀਤੀ, ਇਮੈਜੀਨੇਸ਼ਨ ਯੂਜ਼ ਕਰਕੇ ਉਹਨਾਂ ਨੇ ਇਹੋ ਜਿਹੀਆਂ ਇਨਵੈਂਸ਼ਨਾਂ ਕੀਤੀਆਂ। ਉਸ ਤੋਂ ਬਾਅਦ ਉਹਨਾਂ ਨੇ ਆਪਣਾ ਉਸ 'ਤੇ ਬਿਜ਼ਨਸ ਖੜਾ ਕੀਤਾ। ਬੜੀਆਂ ਸਿੰਪਲ ਕਾਢਾਂ ਸੀ ਜਿਨ੍ਹਾਂ ਨੇ ਸਾਡੀ ਅੱਜ ਦੀ ਜ਼ਿੰਦਗੀ ਬਹੁਤ ਸੁਖਾਲੀ ਕਰਤੀ। ਤੇ ਅਮਰੀਕਾ ਦੇ ਵਿੱਚ ਮੈਨੂੰ ਇਹ ਚੀਜ਼ ਬਹੁਤ ਚੰਗੀ ਲੱਗਦੀ ਕਿ ਇੱਥੇ ਜਿਹੜੇ ਬਿਜ਼ਨਸ ਕਰਨ ਵਾਲੇ ਲੋਕ ਆ ਨਾ, ਉਹਨਾਂ ਨੂੰ ਬਹੁਤ ਸਰਾਹਿਆ ਜਾਂਦਾ, ਉਹਨਾਂ ਨੂੰ ਬਹੁਤਾ ਈਵਲ ਨਹੀਂ। ਉਹ ਆਪਾਂ ਹੀ ਕਹੀਦਾ ਵੀ ਜਿਹੜਾ ਅਮੀਰ ਆ ਜੀ ਇਹ ਮਾੜਾ ਹੀ ਮਾੜਾ। ਇੱਥੇ ਲੋਕਾਂ ਨੂੰ ਹੀਰੋ ਪੋਰਟਰੇ ਕੀਤਾ ਜਾਂਦਾ। ਇਹ ਅਮਰੀਕਾ ਦੇ ਵਿੱਚ ਜਦੋਂ 15ਵੀਂ ਸਦੀ 'ਚ ਯੂਰਪੀਅਨਸ ਆਉਣੇ ਸ਼ੁਰੂ ਹੋਏ, ਕੋਲੰਬਸ ਆਇਆ ਸਪੇਨ ਤੋਂ, ਫਰੈਂਚ ਆਏ, ਵੱਖ-ਵੱਖ ਗੋਰੇ ਆਏ ਬਾਅਦ ਦੇ ਵਿੱਚ ਹੈ ਨਾ, ਤੇ ਇਹ ਇੱਥੇ ਬਾਰ-ਬਾਰ ਆਉਂਦੇ ਸੀ। ਇਹਨਾਂ ਨੂੰ ਫੇਲੀਅਰ ਹੀ ਸੀ, ਇਹਨਾਂ ਨੂੰ ਲੱਗਦਾ ਸੀ ਵੀ ਕੁਝ ਇੱਥੇ ਹੈ ਨਹੀਂ ਜਿਹੜੀ ਧਰਤੀ ਦੇ ਉੱਤੇ। ਤੇ ਇਹ ਅਕਸਰ ਇਹ 2-3 ਵਾਰੀ ਵਾਪਸ ਮੁੜ ਕੇ ਤੇ ਰਾਜੇ ਆਪਦੇ ਨੂੰ ਫੇਰ ਕਹਿੰਦੇ ਵੀ ਅਸੀਂ ਫੇਰ ਜਾਣਾ। ਉਹ ਕਹਿੰਦਾ ਰਹਿਣ ਦਿਓ, ਰੱਬ ਦਾ ਵਾਸਤਾ, ਉੱਥੇ ਕੁਝ ਨਹੀਂ ਹੈਗਾ, ਪੈਸੇ ਬਰਬਾਦ ਕਰਦੇ ਤੁਸੀਂ, ਇੰਨੇ ਬੰਦੇ ਲੈ ਕੇ ਜਾਂਦੇ ਆ। ਤੇ ਉਹ ਕਹਿੰਦੇ ਵੀ ਨਹੀਂ, ਇੱਕ ਮੌਕਾ ਦੇ ਦੇ। ਉਸ ਤੋਂ ਬਾਅਦ ਇੱਥੇ ਖੱਲਾਂ ਦਾ ਟ੍ਰੇਡ ਸ਼ੁਰੂ ਹੋਇਆ। ਜਦੋਂ ਤੀਸਰੀ ਚੌਥੀ ਘਰ ਆਇਆ ਨਾ, ਉਹਦੇ ਨਾਲ ਨੂੰ ਲੱਗਾ ਵੀ ਜਿਹੜੇ ਲੈਂਡ ਤੇ ਖੱਲਾਂ ਵਗੈਰਾ ਦਾ ਆਪਾਂ ਟ੍ਰੇਡ ਕਰ ਸਕਦੇ ਹਾਂ। ਉਹਦੇ ਬਾਰੇ ਵੀ ਉਹਨਾਂ ਨੇ ਜਾਣਕਾਰੀ ਦਿੱਤੀ ਸੀ ਕਿ ਬੀਵਰ ਦੀ ਜਿਹੜੀ ਖੱਲ ਸੀ ਉਹਨੇ ਬਹੁਤ ਵੱਡਾ ਰੋਲ ਪਲੇ ਕੀਤਾ ਸੀ ਯੂਰਪੀਅਨ ਦੇ ਨਾਲ ਟ੍ਰੇਡ ਦੇ ਵਿੱਚ। ਤੇ ਉਸ ਤੋਂ ਬਾਅਦ ਇੱਕ ਜਿਪ ਵਾਲਾ ਬਾਬਾ ਵੀ ਆਇਆ ਸੱਚ, ਉਹਨੇ ਜਿਪ ਬਾਰੇ, ਉਹਨੇ ਜਿਪ ਦੀ ਇਨਵੈਂਸ਼ਨ ਕੀਤੀ ਸੀ। ਤੇ ਜਿਪ ਪਹਿਲਾਂ 20 ਸਾਲ ਜਦੋਂ ਇਨਵੈਂਸ਼ਨ ਹੋ ਗਈ, 20 ਸਾਲ ਉਹ ਇਸਤੇਮਾਲ ਹੀ ਸਿਰਫ ਬੂਟਾਂ ਲਈ ਤੇ ਤੰਬਾਕੂ ਦੇ ਪਾਊਚ ਲਈ ਹੁੰਦੀ ਰਹੀ। ਉਸ ਤੋਂ 20 ਸਾਲਾਂ ਬਾਅਦ ਉਹ ਆਪਣੇ ਕੱਪੜਿਆਂ ਦੇ ਵਿੱਚ ਇਸਤੇਮਾਲ ਹੋਣੀ ਸ਼ੁਰੂ ਹੋਈ ਸੀ। ਉਹ ਤੁਰਦੇ ਹੀ ਅੱਗੇ ਇੱਕ ਜਗ੍ਹਾ ਆ ਗਈ ਸੀ ਜਿੱਥੇ ਆਪਣੇ ਸਰਦਾਰ ਵੀਰ ਦੀ ਫੋਟੋ ਲੱਗੀ ਸੀ, ਤੇ ਉਹ ਬਲਵੀਰ ਸਿੰਘ ਸੋਢੀ ਬਾਰੇ ਲਿਖਿਆ ਸੀ। ਉਹ ਕਿੱਦਾਂ ਇੰਜੀਨੀਅਰਿੰਗ ਦੀ ਡਿਗਰੀ ਲੈ ਕੇ ਇੱਥੇ ਆਏ ਸੀ, ਤੇ 20 ਸਾਲ ਉਹਨਾਂ ਟੈਕਸੀ ਚਲਾਈ, ਤੇ ਟੈਕਸੀ ਤੋਂ ਬਾਅਦ ਉਹਨਾਂ ਨੇ ਇੱਕ ਆਪਣਾ ਗੈਸ ਸਟੇਸ਼ਨ ਖੜਾ ਕੀਤਾ ਸੀ। ਤੇ 2001 ਦੇ ਵਿੱਚ ਜਦੋਂ ਅਟੈਕ ਹੋਏ ਇੱਥੇ, ਤੇ ਲੋਕਾਂ ਨੇ ਗੁੱਸੇ ਜਾ ਕੇ ਉਹਨਾਂ ਨੂੰ ਮੁਸਲਮ ਸਮਝ ਕੇ ਉਹਨਾਂ ਨੂੰ ਮਾਰਤਾ ਸੀ। ਸੋ ਉਹਨਾਂ ਦੀ ਫੋਟੋ ਲੱਗੀ ਆ ਤੇ ਇੱਕ ਮੁਜੱਸਮੇ ਦੇ ਉੱਤੇ ਪੱਗ ਵੀ ਬੰਨੀ ਆ। ਸੋ ਮੈਨੂੰ ਇਹਨਾਂ ਕੈਨੇਡਾ ਤੇ USA ਦੇ ਵਿੱਚ ਇਹ ਚੀਜ਼ ਵਧੀਆ ਲੱਗਦੀ ਆ ਕਿ ਜਿਹੜੀਆਂ ਹੋਰ ਕਮਿਊਨਿਟੀਆਂ ਵੀ ਆਈਆਂ ਨਾ, ਉਹਨਾਂ ਨੂੰ ਇਹ ਸਹੀ ਤਰੀਕੇ ਦੇ ਨਾਲ ਵੀ ਇਹ ਨਹੀਂ ਕਹਿੰਦੇ ਵੀ ਅਸੀਂ ਆ ਹੈ ਨਾ। ਜੋ ਯੂਰਪ ਦੇ ਵਿੱਚ ਮੈਂ ਫੀਲ ਕਰਦਾ ਵਾਂ, ਕਿਉਂਕਿ ਯੂਰਪੀਅਨ ਆਪਣੇ ਆਪ ਨੂੰ ਬਹੁਤ ਸੁਪੀਰੀਅਰ ਮੰਨਦੇ ਆ ਵੀ ਅਸੀਂ ਸਭ ਤੋਂ ਉੱਪਰ ਆ। ਇਸ ਕਰਕੇ ਉਹ ਕਦੀ ਨਾ ਕਦੀ ਉਹ ਦੂਸਰਿਆਂ ਨੂੰ ਥੱਲੇ ਨੀਵਾਂ ਸਿੱਟ ਜਾਂਦੇ ਆ। ਤੇ ਅਮਰੀਕਾ ਦੀ ਕਾਮਯਾਬ ਹੋਣ ਦੀ ਏਡੀ ਕਾਮਯਾਬੀ ਹਾਸਲ ਕਰਨ ਦਾ ਕਾਰਨ ਵੀ ਇਹੋ ਹੀ ਆ ਕਿ ਇਹਨਾਂ ਨੇ ਬਰਾਈਟ ਮਾਈਂਡ ਲੋਕਾਂ ਨੂੰ ਇੱਥੇ ਲਿਆਂਦਾ ਵਾ ਤੇ ਉਹਨਾਂ ਨੂੰ ਸਰਾਇਆ ਵਾ। ਤੇ ਉਹਦੇ ਵਿੱਚ ਇੱਕ ਉਹਨਾਂ ਨੇ ਵੀਜ਼ਾ ਸੈਕਸ਼ਨ ਬਾਰੇ ਵੀ ਹਿਸਟਰੀ ਦਿੱਤੀ ਸੀ ਥੋੜ੍ਹੀ ਜਿਹੀ, ਤੇ ਉਹਨਾਂ ਨੇ ਵੀ ਦੱਸਿਆ ਸੀ ਵੀ 1995 ਦੇ ਵਿੱਚ ਕਿੱਦਾਂ ਲੋਕੀ ਇੱਥੇ ਪਾਸਪੋਰਟ ਦੇ ਨਾਲ ਛੇੜਖਾਨੀ ਕਰਕੇ ਫੋਟੋਆਂ ਲਾ ਕੇ ਇੱਥੇ ਆਉਂਦੇ ਸੀ। ਬਾਕੀ ਬਹੁਤ ਸਾਰੀਆਂ ਤੁਸੀਂ ਵੀਡੀਓਜ਼ ਸਲਾਈਡਾਂ ਦੇਖੀਆਂ ਹੋਣਗੀਆਂ, ਕਈਆਂ ਦੇ ਵਿੱਚ ਇਨਫੋਰਮੇਸ਼ਨ ਬਹੁਤ ਜ਼ਿਆਦਾ ਸੀ, ਸ਼ਾਰਟ ਛੋਟੇ ਸੀ। ਤੁਸੀਂ ਉਹਦੀ ਜਗ੍ਹਾ ਨੂੰ ਪੌਜ਼ ਕਰਕੇ ਤੁਹਾਨੂੰ ਕੋਈ ਇਨਫੋਰਮੇਸ਼ਨ ਇੰਟਰਸਟਿੰਗ ਲੱਗੇ ਉਹ ਵੀ ਤੁਸੀਂ ਦੇਖ ਸਕਦੇ ਆ। ਤੇ ਬਾਕੀ ਇਹ ਜੇ ਵੇਖਣ ਨੂੰ ਤੇ ਮਿਊਜ਼ੀਅਮ ਦੇ ਵਿੱਚ ਬਹੁਤ ਸੀ, ਪਰ ਉਹ 5:30 ਬੰਦ ਕਰ ਦਿੰਦੇ ਆ। ਤੇ ਉਹਨਾਂ ਨੇ, ਅਸੀਂ ਹੁਣ ਚੱਲੇ ਸੀ ਉਹਦੇ ਸੈਕਸ਼ਨ ਵਾਲੇ ਜਿੱਥੇ ਇੰਡੀਅਨ ਬਾਰੇ ਕਾਫੀ ਕੁਝ, ਆਪਣੇ ਲੋਕਾਂ ਬਾਰੇ, ਇੰਡੀਅਨ ਮਤਲਬ ਵੀ ਆਪਣੇ ਏਸ਼ੀਆ ਵਾਲਾ ਇੰਡੀਆ, ਤੇ ਪਰ ਉਹ ਬੰਦ ਹੋਣ ਦਾ ਟਾਈਮ ਹੋ ਗਿਆ ਸੀ ਮਿਊਜ਼ੀਅਮ ਦਾ। ਤੇ ਅਸੀਂ ਹੁਣ ਬਾਹਰ ਨੂੰ ਆ ਗਏ ਆ, ਤੇ ਹੁਣ ਅਸੀਂ ਹੋਰ ਚੀਜ਼ਾਂ ਵੇਖਦੇ ਹਾਂ ਇੱਥੋਂ ਦੀਆਂ। ਮੀਂਹ ਪੈਣ ਲੱਗ ਪਿਆ ਤੇ ਪਰ ਵਧੀਆ ਠੀਕ ਆ, ਇੰਨਾ ਕੁ ਮੀਂਹ ਦਾ ਤਾਂ ਕੋਈ ਚੱਕਰ ਨਹੀਂ ਹੁੰਦਾ, ਨਾਲੋਂ ਨਾਲ ਹੀ ਸੁੱਕੀ ਜਾਂਦਾ ਰਹਿੰਦਾ ਵਾ। ਹਾਂਜੀ ਛਤਰੀਆਂ ਪਈਆਂ ਸੀ ਪਰ ਮੇਰੇ ਖਿਆਲ ਨਾਲ ਅੱਛਾ ਨਾ ਕੋਈ ਨਾ, ਇੰਨਾ ਕੁ ਤਾਂ ਸੁੱਕੀ ਜਾਂਦਾ ਨਾਲੋਂ ਨਾਲ ਹੀ। ਭਾਜੀ ਨੂੰ ਅਸੀਂ ਗੱਡੀ ਛੱਡ ਆਏ ਹਾਂ ਕਿਉਂਕਿ ਅਸੀਂ ਗੱਡੀ ਪਾਰਕ ਥੋੜ੍ਹੇ ਟਾਈਮ ਲਈ ਲਾਈ, ਤੇ ਸਾਨੂੰ ਅਸੀਂ ਵੀਡੀਓ ਬਣਾਉਣ ਦੇ ਚੱਕਰ ਦੇ ਵਿੱਚ ਅਸੀਂ ਕਿਹਾ ਭਾਜੀ ਤੁਸੀਂ ਬੈਠੋ ਗੱਡੀ ਦੇ ਵਿੱਚ, ਜੇ ਕੋਈ ਪੁਲਿਸ ਵਾਲਾ ਆ ਗਿਆ ਤਾਂ ਨਾਲ ਹੀ ਪੈਰੀਂ ਪੈ ਜਾਣਾ ਵਾ। ਜਨਾਬ ਰੈਸਟੋਰੈਂਟ ਹੈ ਨਾ ਭਾਜੀ, ਇਹ ਆ ਬੰਦੇ ਦੀ ਅੱਗੇ ਜਾ ਕੇ ਨੁੱਕਰ ਤੇ ਇੱਕ ਉਹ ਹੀ ਰੇੜੀ, ਛੋਟੀ ਜੀ ਰੇੜੀ ਸੀ। ਅੱਛਾ। ਤੇ ਇਹਨਾਂ ਬਿਲਡਿੰਗਾਂ ਦੇ ਵਿੱਚ ਕੋਈ ਗੋਰਾ ਸੀ ਜਿਹੜਾ ਉੱਤੋਂ ਡਾਕੋ ਖਾਂਦਾ ਸੀ। ਹਾਂ। ਉਹਦੇ ਕੋਲ ਇੱਕ ਦਿਨ ਉਹਨੂੰ ਪਸੰਦ ਆ ਗਿਆ, ਜੋ ਵੀ ਜਾ ਖਾਂਦਾ ਹੋਣਾ। ਹਾਂ। ਉਹਦੇ ਕੋਲ ਜਾ ਕੇ ਕਹਿੰਦਾ ਵੀ ਮੇਰੇ ਕੋਲ ਇੱਕ ਆਈਡੀਆ ਵਾ, ਜੇ ਤੂੰ ਮੇਰਾ ਪਾਰਟਨਰ ਬਣੇਗਾ। ਅੱਛਾ। ਸਪੈਨਿਸ਼ ਸੀ, ਉਹਨੂੰ ਤੇ ਅੰਗਰੇਜ਼ੀ ਵੀ ਨਹੀਂ ਆਉਂਦੀ ਚੱਜ। ਹਾਂ। ਕਹਿੰਦਾ ਕੀ ਕਰ ਸਕਦੇ ਆਪਾਂ? ਕਹਿੰਦਾ ਮੈਂ ਇਨਵੈਸਟ ਕਰੂੰਗਾ, ਤੂੰ ਰੈਸਟੋਰੈਂਟ ਖੋਲਨੇ ਆਪਾਂ, ਜੋ ਵੀ ਆਪਣਾ ਪਾਰਟਨਰਸ਼ਿਪ ਰੱਖ ਕੇ। ਘੱਟੋ ਘੱਟ ਇਹਨਾਂ ਵਿੱਚ 30-35 ਰੈਸਟੋਰੈਂਟ। ਅੱਛਾ। ਅੰਦਰੋਂ ਜਾ ਕੇ ਕਿੱਡਾ ਗਿਆ ਟਾਕੋ ਸਿਰਫ ਮਤਲਬ ਕਿ ਮੈਂ ਉਹੀ ਪਿੱਛੇ ਦੱਸ ਕੇ ਹਟਿਆ ਵੀ ਕਈ ਵਾਰੀ ਆਪਣੇ ਕੋ ਸਕਿੱਲ ਨਹੀਂ ਵੀ ਹੈਗੀ ਨਾ, ਰਾਈਟ ਬੰਦਾ ਲੱਭੋ। ਹਾਂ ਵੀ ਉਹਦੇ ਚ ਅਗਲੇ ਕੋ ਕਿਹੜੀ ਕੁਕਿੰਗ ਆਉਂਦੀ ਸੀ, ਪੈਸਾ ਇਹਨੇ ਸਹੀ ਇਸਤੇਮਾਲ ਤੇ ਲਾਤਾ।
ਹੁਣ ਅਸੀਂ ਆਏ ਇੱਥੇ ਕੁਝ ਖਾਣ, ਭੁੱਖ ਲੱਗ ਗਈ ਆ। ਤੁਸੀਂ ਦੱਸੋ ਜਨਾ ਆਪਣਾ ਜਾਣੀ ਕਿ ਸਰਜ ਜਾਵੇ। ਇੱਕ ਅਮਰੀਕਾ ਦੇ ਵਿੱਚ ਨਾ ਸਭ ਤੋਂ ਪੰਗਾ ਵਾ ਟਿਪ ਦਾ, ਵੀ ਇੱਥੇ ਲੋਕੀ ਗੁੱਸਾ ਕਰ ਜਾਂਦੇ ਆ। ਉੱਦਾਂ ਯੂਰਪ ਦੇ ਵਿੱਚ ਜਿਹੜੇ ਸਭ ਤੋਂ ਵੱਧ ਜਨਰਸ ਜੇ ਮੰਨੇ ਜਾਂਦੇ ਆ ਟਿਪ ਦੇ ਨੂੰ ਇੰਗਲਿਸ਼ ਹੀ ਮੰਨੇ ਜਾਂਦੇ ਆ ਵੀ ਇੰਗਲੈਂਡੀਏ। ਉਸ ਤੋਂ ਇਲਾਵਾ ਹੋਰ ਮੈਨੂੰ ਨਹੀਂ ਲੱਗਦਾ ਵੀ ਬਹੁਤੇ ਨੌਰਵੇਜੀਅਨ, ਚਲੋ ਉਹਨਾਂ ਕੋਲ ਪੈਸਾ ਕਾਫੀ ਹੈਗਾ ਵਾ। ਸਕੈਂਡੀਨੇਵੀਅਨ ਉਹ ਜਦੋਂ ਸਪੇਨ ਜਾਂ ਪੁਰਤਗਾਲ ਆਉਂਦੇ ਉਹਨਾਂ ਦੀ ਪਤਾ ਹੁੰਦਾ ਵੀ ਸਾਡੇ ਅਸੀਂ ਇੰਨੇ ਪੈਸੇ ਨਾਲ ਬਹੁਤ ਕੁਝ ਕਰ ਸਕਦੇ ਹਾਂ ਅਤੇ ਉਹ ਟਿਪ ਦੇ ਦਿੰਦੇ। ਅਦਰਵਾਈਜ਼ ਉਹ ਕਿਤੇ ਇੰਨਾ ਕਲਚਰ ਨਹੀਂ ਹੈਗਾ। ਜਰਮਨ, ਸਪੇਨ ਨਹੀਂ ਟਿਪ ਦਿੰਦੇ, ਅਤੇ ਇੱਥੇ ਇਹ ਲੋਕੀ ਮੂੰਹ ਫਲਾਉਂਦੇ ਜਾਂ ਟਿਪ ਨਾ ਛੱਡੀਏ। ਗੱਲ ਕੀ ਤੁਸੀਂ ਪੇ ਕਰੋ, ਨਾਲ ਹੀ ਟਿਪ ਦੀ ਆਪਸ਼ਨ ਪਹਿਲਾਂ ਆਉਂਦੀ ਹੈ। ਆਪਣੇ ਯੂਰਪ ਦੇ ਵਿੱਚ ਮਸ਼ੀਨਾਂ 'ਤੇ ਟਿਪ ਦੀ ਆਪਸ਼ਨ ਨਹੀਂ ਆਉਂਦੀ ਪੇ ਕਰਨ ਲੱਗੇ ਵੀ ਟਿਪ ਕਿੰਨੀ ਐਡ ਕਰਨੀ। ਆਪਾਂ ਬਸ ਬਿੱਲ ਹੀ ਚਾਰਜ ਕਰੀਦਾ ਵਾ, ਅਤੇ ਅਗਲੇ ਦੀ ਮਰਜ਼ੀ ਆ ਉੱਠਣ ਲੱਗਿਆ ਕੁਛ ਰੱਖ ਜੇ ਜਾਂ ਰੱਖ ਜੇ, ਵੀ ਝੂਠਾ ਜਿਹਾ ਨਹੀਂ ਬੰਦੇ ਨੂੰ ਪਾਈਦਾ। ਇੱਥੇ ਤੇ ਝੂਠਾ ਪਾਉਂਦੇ ਆ ਨਾਲ। ਗੱਲ ਸਹੀ ਗੱਲ ਆ ਵੀ ਤੁਸੀਂ ਫੂਡ ਆਰਡਰ ਕਰਕੇ ਜੇ ਤੁਸੀਂ ਟਿਪ 0 ਕਰਦੇ ਆ ਨਾ ਵੀ ਨਹੀਂ ਦੇਣੀ, ਤਾਂ ਡਰ ਹੀ ਲੱਗਾ ਰਹਿੰਦਾ ਵੀ ਪਤਾ ਨਹੀਂ ਇਹਨੇ ਰੋਟੀ ਖਾਣਾ ਕਿੱਦਾਂ ਦਾ ਬਣਾਉਣਾ, ਕਿਉਂਕਿ ਅਗਲੇ ਨੂੰ ਪਤਾ ਲੱਗ ਜਾਂਦਾ ਵੀ ਟਿਪ ਇਹਨੇ ਛੱਡੀ ਨਹੀਂ ਗਈ। ਅਤੇ ਇੱਕ ਇਹਨਾਂ ਨੇ ਸਾਈਕੀ ਵੇਖੋ, ਨਾਰਮਲੀ ਜਿਹੜੇ ਨੰਬਰ ਆ ਖੱਬਿਓਂ ਐਂ ਗਾਂਹ ਨੂੰ ਹੁੰਦੇ, ਤਾਂ ਆਪਾਂ ਲਿਖੀਦਾ ਵੀ ਇੱਦਾਂ ਹੀ ਹੈ ਨਾ, ਸੋ ਇੱਧਰੋਂ ਤਾਂ ਨੂੰ ਵੱਧਦੇ ਆ। ਇਹਨਾਂ ਪਤੰਦਰਾਂ ਨੇ ਮਸ਼ੀਨਾਂ ਦੇ ਪਹਿਲਾਂ ਕਹਿੰਦੇ ਇੱਦਾਂ ਨਹੀਂ ਹੁੰਦਾ, ਲੇਟਲੀ ਇਹਨਾਂ ਨੇ ਮਸ਼ੀਨਾਂ 'ਤੇ ਉਲਟਾ ਕਰਤਾ ਵਾ ਵੀ ਖੱਬੇ ਹੱਥ ਟਿਪ ਦੀ ਜਿਹੜੀ ਮਾਤਰਾ ਉਹ ਵੱਡੀ ਲਾਉਂਦੇ ਆ, ਜਿਹੜੀ ਲੋਐਸਟ ਆ ਉਹ ਜਾਂ ਸੱਜੇ ਲਾਉਂਦੇ ਜਾਂ ਵਿੱਚ ਵਿਚਾਲੇ ਲਗਾ ਕੇ ਲਗਾਉਂਦੇ ਆ, ਕਿਉਂਕਿ ਬੰਦੇ ਦੀ ਮਸਲ ਮੈਮਰੀ ਹੁੰਦੀ ਉਹ ਸਭ ਤੋਂ ਪਹਿਲਾਂ ਪਹਿਲੀ ਚੀਜ਼ ਨੂੰ ਨੱਪਦਾ ਵਾ। ਅਤੇ ਕਾਲੀ ਕਾਲੀ ਜੇ ਬੰਦਾ ਲੋਐਸਟ ਨੰਬਰ ਦੇ ਚੱਕਰ 'ਚ ਜ਼ਿਆਦਾ ਪਰਸੈਂਟੇਜ ਟਿਪ ਨੱਪ ਜਾਂਦਾ। ਸੋ ਇਹ ਕਲਚਰ ਵਾਕਈ ਇੱਥੇ ਸ਼ੌਕਿੰਗ ਜਿਹਾ ਵਾ, ਅਤੇ ਡਰ ਜਿਹਾ ਹੀ ਲੱਗਦਾ ਹੈ ਨਾ ਵੀ ਟਿਪ ਦੀ ਛੱਡੀਏ ਕਿ ਨਾ ਛੱਡੀਏ। ਜਿਹੜੀ ਮਿਨੀਮਮ ਟਿਪ ਐਕਸਪੈਕਟ ਕਰਦੇ ਆ ਉਹ 15% ਕਰਦੇ ਆ, ਐਵਰੇਜ ਲੋਕੀ 20% ਛੱਡ ਜਾਂਦੇ। ਹੁਣ ਤੁਸੀਂ ਯਾਰ $100 ਦਾ ਫੂਡ ਖਾਓਗੇ, $15-20 ਉੱਪਰ ਟਿਪ ਦਿਓਗੇ, ਉਹ ਸੈਂਸ ਜੀ ਕੋਈ ਬਣਦੀ ਨਹੀਂ ਹੈਗੀ। ਮੈਂ ਨਾ ਇੱਕ ਵਾਰੀ ਇੱਥੋਂ ਦੀ ਇੱਕ ਵੀਡੀਓ ਵੀ ਵੇਖੀ ਸੀ ਕਿ ਉਹਨੇ ਕਿਤੇ ਕਲਾਇੰਟ ਨੇ ਟਿਪ ਨਹੀਂ ਦਿੱਤੀ, ਉਹ ਆਇਆ ਹੋਊ ਯੂਰਪ ਵਗੈਰਾ ਤੋਂ, ਅਤੇ ਉਹਦੇ ਗਾਲੀ ਪੈ ਗਏ ਸੀ। ਅਤੇ ਇੱਥੇ ਇੱਕ ਰੈਸਟੋਰੈਂਟਾਂ ਦਾ ਰਿਵਾਜ ਆ, ਕਿਉਂਕਿ ਇੱਥੇ ਹੋਰ ਦੁਨੀਆ ਵਾਂਗੂ ਇੱਦਾਂ ਨਹੀਂ ਗਾ ਵੀ ਸਾਰਿਆਂ ਤਨਖਾਹਾਂ ਸਮਾਨ ਆ ਅਤੇ ਟਿਪ ਸਾਰਿਆਂ ਬਰਾਬਰ ਵੰਡੀ। ਇੱਥੇ ਜਿਹੜੀ ਟਿਪ ਆ ਉਹ ਵੇਟਰ, ਸਰਵਰ ਇਹਨਾਂ ਦੇ ਵਿੱਚ ਵੰਡੀ ਜਾਂਦੀ ਆ, ਅਤੇ ਇਹਨਾਂ ਦੀ ਕੋਸ਼ਿਸ਼ ਇਹੋ ਹੀ ਹੁੰਦੀ ਆ ਵੇਟਰਾਂ ਦੀ ਕਿ ਸਾਡੇ ਟੇਬਲ ਜਿਹੜੇ ਸਾਡੇ ਹਿੱਸੇ ਟੇਬਲ ਆਉਂਦੇ ਉੱਥੇ ਕੋਈ ਯੂਰਪੀਅਨ ਨਾ ਆ ਕੇ ਬਹਿ ਜਾਏ। ਇਹਨਾਂ ਨੂੰ ਪਤਾ ਯੂਰਪੀਅਨ ਟਿਪ ਨਹੀਂ ਦਿੰਦੇ, ਅਤੇ ਇਸ ਕਰਕੇ ਇਹ ਥੋੜ੍ਹੀ ਟ੍ਰਿਕ ਖੇਡ ਲੈਂਦੇ ਆ ਕਿ ਜੇ ਬਹਿ ਵੀ ਜਾਵੇ ਕਿਤੇ ਯੂਰਪੀਅਨ ਆ ਕੇ ਇਹਨਾਂ ਦੇ ਹਿੱਸੇ 'ਚ, ਅਤੇ ਇਹ ਉਹਨਾਂ ਦੇ ਬਿੱਲ ਦੇ ਵਿੱਚ ਹੀ ਟਿਪ ਐਡ ਕਰ ਦਿੰਦੇ 15-20%, ਉਹਨੂੰ ਪਤਾ ਵੀ ਨਹੀਂ ਹੁੰਦਾ। ਇੱਥੇ ਵੀ ਪਾਕਿਸਤਾਨੀ ਲੱਗਾ ਭਾਜੀ ਇੱਥੇ ਰਹਿੰਦੇ ਰਹੇ ਨਾ ਵਾਸ਼ਿੰਗਟਨ, ਤੇ ਆੜੇ ਕਹਿੰਦੇ ਗੈਸ ਸਟੇਸ਼ਨ ਤੇ ਵੀ ਕੰਮ ਕਰਦੇ ਰਹੇ ਆਪਾਂ। ਹਨੇਰਾ ਤਾਂ ਗਿਆ ਹੋ, ਤੇ ਪਰ ਆਪਾਂ ਹੁਣ ਆਏ ਆ ਜੀ ਵਾਈਟ ਹਾਊਸ। ਆ ਸਾਰੀ ਬਿਲਡਿੰਗ ਹੈ ਵਾਈਸ ਪ੍ਰੈਜ਼ੀਡੈਂਟ ਦਾ ਆਫਿਸ ਆ ਵੀ। ਇਹਦੇ ਵਿੱਚ ਕਮਲਾ ਹੈਰਿਸ ਹੁਣੇ ਰਹਿੰਦੇ ਆ, ਉਹ ਜਾਨੀ ਕਿ ਸੌਰੀ ਵੀ ਕੰਮ ਕਾਰ ਕਰਦੇ ਆ। ਹਾਂਜੀ ਹਾਂ, ਆਫਿਸ ਜਿਹਾ ਕਹਿਤਾ। ਆਹ ਗੱਲ ਹੀ ਭਾਈ ਸਟੀਮ ਜੀ ਨਿਕਲਦੀ ਹੋਊ। ਹੋਰ ਵੀ ਜ਼ਿਆਦਾ ਨਿਕਲਦੀ ਆ, ਜਿਹੜਾ ਅੰਦਰ ਹੀਟਿੰਗ ਸਿਸਟਮ ਆ ਉਹਦਾ ਐਗਜ਼ੌਸਟ ਆ ਨਾ। ਅੱਛਾ, ਠੰਡ 'ਚ ਹੋਰ ਵੀ ਜ਼ਿਆਦਾ ਨਿਕਲਦੀ ਆ ਭਾਜੀ। ਜਿੱਥੇ ਹੀ ਖਲੋਤੇ ਆ ਨਾ, ਜਿੰਨੀ ਦੁਨੀਆ ਤੁਹਾਨੂੰ ਉੱਤੇ ਨਜ਼ਰ ਆ ਰਹੀ ਨਾ, ਹਾਂ ਥੱਲੇ ਆ। ਸਹੀ ਗੱਲ ਆ। ਸੀਕ੍ਰੇਟ ਸਬਵੇ ਹੈ ਨਾ, ਸੀਕ੍ਰੇਟ ਹਾਈਡ ਆਊਟਸ ਪ੍ਰੈਜ਼ੀਡੈਂਟ ਵਾਸਤੇ। ਅਸੀਂ ਜਿੱਦਾਂ ਹਨੇਰਾ ਹੋ ਗਿਆ ਹੁਣ ਵਾਈਟ ਹਾਊਸ ਲਾਈਟਾਂ ਜੀ ਦਿਖਾਉਣੇ ਮਾੜਾ ਜਿਹਾ। ਉਹ ਹੈਗਾ ਵਾ ਵਾਈਟ ਹਾਊਸ, ਤੇ ਆਹ ਗ੍ਰਿਲਾਂ ਆਈਆਂ। ਤੁਸੀਂ ਪੁਰਾਣੀ ਜੀ ਫੋਟੋ ਵੇਖੀ ਹੋਣੀ ਮੋਦੀ ਦੀ ਵੀ, ਜਦੋਂ 80 ਦੀ ਆਹ ਗ੍ਰਿਲ ਜੀ ਨੂੰ ਫੜ ਕੇ ਖਲੋਤਾ ਉਦੋਂ, ਹੈ ਨਾ। ਸੋ ਇਹ ਹੈ ਜੀ, ਜਾ ਗਿਆ ਵਾਈਟ ਹਾਊਸ ਦੇ ਅੰਦਰ। ਕਿਉਂ ਗਿਆ ਕਿ ਨਹੀਂ ਬੰਦਾ। ਗੱਡੀਆਂ ਬੜੀਆਂ ਖਲੋਤੀਆਂ ਬੰਬੀਆਂ ਨਾ। ਇਹ ਭਾਜੀ ਜਿੰਨਾ ਬਾਹਰ ਹੈ ਤੋਂ ਬਾਹਰ ਹਾਂ ਥੱਲੇ ਹੋਣਾ। ਅਸਲ 'ਚ ਮੈਂ ਕਹਿੰਦਾ ਸਹੀ ਗੱਲ ਹੈ ਨਾ, ਮਜ਼ੇ ਤੇ ਟਰੰਪ ਨੇ ਲੈਂਦਾ ਹੋਣਾ ਇੱਥੇ, ਹਨਾ। ਸਹੀ ਗੱਲ ਆ। ਤੁਹਾਨੂੰ ਦੱਸ ਰਿਹਾਗਾ 4 ਬਲਾਕ ਦੂਰ ਉਹਦਾ ਹੋਟਲ ਹੀ। ਸਹੀ ਗੱਲ ਆ। ਨਾਲੇ ਉੱਥੇ ਹੀ ਰੋਟੀ ਖਾਣ ਜਾਂਦਾ ਸੀ ਰੋਜ਼।
ਪੈਸੇ ਤੇ ਇਹਨੇ ਨਹੀਂ ਪੇ ਕਰਨੇ ਇਹਨਾਂ ਦਾ ਬਿਜ਼ਨਸ ਆਪਣੇ ਨਾਲ ਉਹਨੇ ਵਾਈਟ ਹਾਊਸ ਦੀ ਜੌਬ ਛੱਡੀ ਉਹਨੇ ਹੋਟਲ ਹੀ ਵੇਚਦਾ ਆਹੋ ਮੈਂ ਹੁਣ ਇਹ ਤੁਸੀਂ ਗੱਲ ਦੱਸੋ ਉਹ ਵੀ ਗੱਲ ਦੱਸੀ ਸੀ ਵੀ ਉਹ ਇੱਥੇ ਪ੍ਰਾਪਰਟੀ ਟੈਕਸ ਆ ਬਟ ਸਿਮੈਟਰੀ ਤੇ ਨਹੀਂ ਹੈਗਾ ਤੇ ਉਹਨੇ ਟੈਕਸ ਬਚਾਉਣ ਵਾਸਤੇ ਆਪਣੀ ਕੋਈ ਐਕਸ ਵਾਈਫ ਜਿਹੜੀ ਮਰੀ ਸੀ ਉਹਨੂੰ ਘਰੇ ਨੱਪਤਾ ਨਾ ਉਹਦੇ ਬੈਕ ਯਾਰਡ 'ਚ ਤੇ ਉਹ ਲੂਪ ਹੋਲ ਸੀ ਤੇ ਉਹਨੇ ਆਪਣਾ ਪ੍ਰਾਪਰਟੀ ਟੈਕਸ ਬਚਾਇਆ ਭਾਜੀ ਮੈਂ ਵੀ ਮੋਦੀ ਵਾਲਾ ਪੋਜ ਬਣਾ ਕੇ ਇਦਾਂ ਚੰਬੜ ਕੇ ਨਾ ਵੇਖਾਂਗੀ ਤਾਂ ਮੇਰੀ ਵੀ ਕਿਸੇ ਦਿਨ ਅੰਦਰ ਐਂਟਰੀ ਪੈ ਜੇ ਹੈ ਵੇਖੀਏ ਹੋ ਸਕਦਾ ਉਹਦੇ ਵਿੱਚ ਕੋਈ ਕਰਾਮਾਤ ਹੋਵੇ ਉਹਦੇ ਪੋਜ ਦੇ ਵਿੱਚ ਗੂਗਲ ਕਰਕੇ ਪਹਿਲਾਂ ਵੇਖੀਏ ਹਨਾ ਵੇਖੀਏ ਵੀ ਗਣੀਏ ਵੀ ਕਿਹੜੇ ਐਂਗਲ ਨੂੰ ਹੱਥ ਤੋਂ ਪਾਇਆ ਸੀ ਉਹਨੇ ਬਾਕੀ ਹਾਂਜੀ ਜੀ ਇਹ ਹੈਗਾ ਜੀ ਵਾਈਟ ਹਾਊਸ ਵਿੱਚ ਕੋਈ ਦੱਸਣ ਵਾਲੀ ਕੋਈ ਗੱਲ ਹੈ ਨਹੀਂਗੀ ਤੇ ਇਹਦੇ ਥੱਲੇ ਕਹਿੰਦੇ ਭਾਈ ਨੇ ਦੱਸਿਆ ਆਪਾਂ ਨੂੰ ਕਿ ਮੈਟਰੋ ਸਿਸਟਮ ਇਹਦੇ ਥੱਲੇ ਬਣਾਇਆ ਗਿਆ ਸਪੈਸ਼ਲ ਪ੍ਰੈਜ਼ੀਡੈਂਟ ਲਈ ਜੇ ਕਦੀ ਉਹੋ ਜਿਹੀ ਲੋੜ ਪੈ ਜੇ ਤੁਹਾਨੂੰ ਥੱਲਿਓਂ ਹੀ ਕਿਤੇ ਲਿਜਾਇਆ ਜਾ ਸਕੇ ਤੇ ਇਹ ਜਿੰਨਾ ਸ਼ਹਿਰ ਉੱਪਰ ਆ ਉਨਾ ਹੀ ਕਹਿੰਦੇ ਥੱਲੇ ਆ ਜਿੰਨੀਆਂ ਵੀ ਸਰਕਾਰੀ ਇਮਾਰਤਾਂ ਹੈਗੀਆਂ ਇੰਪੋਰਟੈਂਟ ਉਹ ਸਾਰੀਆਂ ਥੱਲਿਓਂ ਹੀ ਕਨੈਕਟਡ ਆ ਉਹ ਪਬਲਿਕਲੀ ਨਹੀਂ ਹੈਗੀਆਂ ਸਿਰਫ ਇੱਥੇ ਜਿਹੜੇ ਉਹਨਾਂ ਆਫਿਸਿਸ ਦੇ ਵਿੱਚ ਮੇਨ ਬੰਦੇ ਕੰਮ ਕਰਦੇ ਆ ਨਾ ਉਹਨਾਂ ਦੇ ਲਈ ਆ ਤੇ ਇੱਕ ਗੱਲ ਹੋਰ ਕਿ ਇਹ ਸ਼ਹਿਰ ਦੇ ਵਿੱਚ ਕਹਿੰਦੇ ਦੁਨੀਆ 'ਚ ਸਭ ਤੋਂ ਵੱਧ ਜਸੂਸ ਸਾਰੀਆਂ ਕੰਟਰੀਆਂ ਦੇ ਇਸੇ ਸ਼ਹਿਰ ਦੇ ਵਿੱਚ ਹੀ ਫਿਰਦੇ ਆ ਕਿਉਂਕਿ ਜਿੰਨੇ ਵੀ ਇੰਪੋਰਟੈਂਟ ਆਫਿਸ ਹੈਗੇ USA ਦੇ ਉਹ ਸਾਰੇ ਇਸੇ ਸ਼ਹਿਰ ਦੇ ਵਿੱਚ ਹੀ ਆ ਸੋ ਜਸੂਸੀ ਕਰਨੀ ਆ ਤੇ ਜਿੰਨੀਆਂ ਵੀ ਖਬਰਾਂ ਮੇਨ ਨਿਕਲਣੀਆਂ ਇਸੇ ਸ਼ਹਿਰ 'ਚੋਂ ਹੀ ਨਿਕਲਣੀਆਂ 19 ਬਲੈਕ ਲਾਈਵ ਮੈਟਰ ਸਟਾਪ ਇੱਥੇ ਹੀ ਆ ਬੰਦਾ ਅੱਛਾ 1981 ਦਾ ਹਨਾ ਸਾਰਾ ਕੁਝ ਇੱਥੇ ਹੀ ਚੱਲਿਆ ਹਨਾ ਟੂ ਸਟਾਪ ਆਲ ਅੱਛਾ ਇਹ ਬੰਦੇ ਨੇ ਪੱਕਾ ਹੀ ਰਹਿਣ ਇੱਥੇ ਡੇਰਾ ਲਾ ਕੇ ਬੈਠਾ 1981 ਦਾ ਹੈ ਸੋ ਫ੍ਰੀ ਅਸਾਂਜ ਹਨਾ ਜਾਨੀ ਕਿ ਜਿੰਨੀਆਂ ਵੀ ਹਿਊਮਨ ਰਾਈਟਸ ਵਾਇਓਲੇਸ਼ਨ ਆ ਉਹਨੇ ਸਾਰੀਆਂ ਹੀ ਪਬਲਿਸ਼ ਕੀਤੀਆਂ ਇੱਥੇ ਹਨਾ ਹਾਂ ਸਾਹਮਣੇ ਤੁਰੇ ਆਈਏ ਤੇ ਕਹਿ ਲਈਏ 100-200 ਫੁੱਟ ਤੇ ਹੈਗੀ ਪ੍ਰੈਜ਼ੀਡੈਂਟ ਚਰਚ ਸੋ ਜਦੋਂ ਕਿਸੇ ਕੰਟਰੀ ਨੂੰ ਇਹ ਨੱਪਦੇ ਆ ਤੇ ਜਦੋਂ ਜੇ ਅੰਦਰੋਂ ਜ਼ਮੀਰ 'ਚੋਂ ਆਵਾਜ਼ ਆਉਂਦੀ ਹੋਣੀ ਆ ਵੀ ਮਾੜਾ ਕਰਤਾ ਹੀ ਫਿਰ ਇੱਥੇ ਆ ਕੇ ਭੁੱਲ ਚੁੱਕ ਮੰਗਦਾ ਹੋਣਾ ਵੀ ਬਾਬਾ ਮਾਫ ਕਰੀ ਉਹ ਸਾਹਮਣੇ ਉਹ ਉੱਥੇ ਲਿੰਕਨ ਸਾਹਿਬ ਬਿਰਾਜਮਾਨ ਨੇ ਉਹਨਾਂ ਦਾ ਬੜਾ ਜਾਨੀ ਕਿ ਮਸ਼ਹੂਰ ਸਟੈਚੂ ਉੱਥੇ ਲੱਗਾ ਵਾ ਉਹ ਆਪਾਂ ਸਵੇਰੇ ਕੱਲ ਨੂੰ ਦੇਖਾਂਗੇ ਆਵਰੀ ਲੋਕੇਸ਼ਨ ਅੱਛਾ ਇੱਥੇ ਹੈ ਇੱਥੇ ਆਉਂਦਾ ਇਹ ਉਹਦਾ ਫੇਵਰਿਟ ਲੰਚ ਸਪੌਟ ਇੱਥੇ ਹੁੰਦਾ ਨਾ ਓਬਾਮਾ ਇੱਕ ਆ ਤੇ ਇੱਕ 5 ਗਾਈਸ ਦੋ ਹੀ ਉਹਨੇ ਦੇ ਖਿਲਾਫ ਆਰਟੀਕਲ ਲਿਖਿਆ ਸੀ ਜੈਫ ਬੇਜ਼ੋ ਦੇ ਖਿਲਾਫ ਵਾਸ਼ਿੰਗਟਨ ਪੋਸਟ ਨੇ ਲਿਖਿਆ ਸੀ ਹਾਂ ਆਹ ਉਹਨੇ ਲੈ ਲਈ ਟੂ ਬਿਗ ਹਾਂ ਹੀ ਇਜ਼ ਟੂ ਬਿਗ ਜਿਹਨਾਂ ਜ਼ਿਆਦਾ ਵੱਡਾ ਹੋ ਗਿਆ ਵਾ ਇਹ ਇਟਸ ਨਾਟ ਗੁੱਡ ਫॉर द ਸੋਸਾਇਟੀ ਹਾਂ ਉਹਨੇ ਖਬਾਰੀ ਪਾ ਗਿਆ ਆਹੋ ਵਾਸ਼ਿੰਗਟਨ ਬਹੁਤ ਐਮਜ਼ਨ ਦਾ ਬਹੁਤ ਵੱਡਾ ਨਿਊਜ਼ਪੇਪਰ ਹੈ ਮੇਰੇ ਖਿਆਲ ਉਹਦੇ ਬਾਅਦ ਉਹਦੇ ਖਿਲਾਫ ਕੋਈ ਆਰਟੀਕਲ ਲਿਖ ਚੱਕੇ ਬੰਦੀ ਹੈ